ਉਹ ਜਿਹੜੇ ਸਰਦਾਰ ਜੀ ਬੈਠੇ ਨੇ ਦੋ ਉਹਨਾਂ ਉਹਨਾਂ ਦੀ ਮੈਂ ਸੋਚ ਦੇਖ ਰਿਹਾ ਸੀ ਕਿ ਕਿੰਨੀ ਕੁ ਮੈਚ ਕਰਦੀ ਹੈ। ਮੈਂ ਉਹਨਾਂ ਨੂੰ ਕਿਹਾ ਕਿ 1 ਤੋਂ ਲੈ ਕੇ 10 ਤੱਕ ਕੁਝ ਵੀ ਤੁਸੀਂ ਨੰਬਰ ਲਿਖੋ। ਉਹਨਾਂ ਦੋਵਾਂ ਨੇ 5 ਲਿਖਿਆ। ਜਿਹੜੇ ਆਈਡੈਂਟੀਕਲ ਟਵਿਨਸ ਨੇ ਨਾ, ਤਾਂ ਹੀ ਵਰਡ ਹੈ ਆਈਡੈਂਟੀਕਲ, ਕਿਉਂਕਿ ਉਹਨਾਂ ਦੀ ਸ਼ਕਲ ਵੀ ਆਈਡੈਂਟੀਕਲ ਹੁੰਦੀ ਹੈ, ਸੋਚ ਵੀ ਆਈਡੈਂਟੀਕਲ ਹੁੰਦੀ ਹੈ। ਸਭ ਤੋਂ ਜ਼ਿਆਦਾ ਇੰਟਰਸਟਿੰਗ ਜਿਹੜਾ ਸਾਡਾ ਇੱਕ ਮਨੋਵਿਗਿਆਨਿਕ ਦੇ ਤੌਰ ਤੇ ਦੇਖਿਆ ਜਾਵੇ, ਮੈਂ ਮਨੋਵਿਗਿਆਨਿਕ ਹਾਂ, ਉਹ ਸਾਡੇ ਵਾਸਤੇ ਬਹੁਤ ਇੰਟਰਸਟਿੰਗ ਹੈ, ਕਿਉਂਕਿ ਉਹਨਾਂ ਦੀਆਂ ਆਦਤਾਂ ਵੀ ਔਰ ਲਾਈਕਸ ਔਰ ਡਿਸਲਾਈਕਸ ਵੀ ਬਿਲਕੁਲ ਇੱਕੋ ਵਰਗੀਆਂ। ਤੁਸੀਂ ਜੁੜਵਾ ਲਈ ਲਿਖ ਕੇ ਲਾਇਆ ਹੋਇਆ ਸੀ ਕਿ ਜੁੜਵਾ ਬੱਚੇ ਸਾਡੇ ਸਕੂਲ 'ਚ ਆ ਜਾਣ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਾਨੂੰ ਵੀ ਬਹੁਤ ਥੋੜੀ ਦੇਰ ਪਹਿਲੇ ਹੀ ਪਤਾ ਚੱਲਿਆ ਕਿ ਸਾਡੇ ਸਕੂਲ 'ਚ 42 ਪੇਅਰਸ ਨੇ ਜੁੜਵਾ ਦੇ ਤੇ 2 ਸੈੱਟ ਨੇ ਟ੍ਰਿਪਲੇਟਸ ਦੇ। ਤਾਂ ਪੱਗਾ ਵੀ ਦੋਵੇਂ ਸੇਮ ਬੰਨਦੇ? ਹਾਂਜੀ, ਉਹ ਇਕੱਠੇ ਸਿੱਖਿਆ ਸੀ ਨਾ, ਇਕੱਠੇ ਸਿੱਖਿਆ। ਇੱਕ ਦੂਜੇ ਨੂੰ ਦੇਖ ਦੇਖ ਕੇ ਬੰਨੀਆਂ। ਵੈਸੇ ਕਹਿੰਦੇ ਆ ਕਿ ਜਿਹੜੇ ਟਵਿਨਸ ਹੁੰਦੇ ਆ ਉਹਨਾਂ ਅੰਦਰ ਜ਼ਿਆਦਾ ਪਿਆਰ ਹੁੰਦਾ ਹੈ ਬਾਕੀਆਂ ਭੈਣ ਭਰਾ ਵਗੈਰਾ ਤੋਂ ਨਾਲੋਂ। ਜਿੱਦਾਂ ਤੁਸੀਂ ਦੇਖ ਹੀ ਰਹੇ ਹੋ, ਦੋਨੋਂ ਹਮ ਸ਼ਕਲ ਹੈ, ਬਿਲਕੁਲ ਡਿੱਟੋ, ਔਰ ਕਾਪੀ ਵੀ ਇੱਕੋ ਜਿਹੀ ਬਣਾਉਂਦੇ। ਦੋਨਾਂ ਦੀ ਕਾਪੀ ਵੀ ਇੱਕੋ ਜਿਹੀ ਹੀ, ਕਵਰ ਵੀ ਈਵਨ ਇੱਕੋ ਜਿਹਾ ਹੀ ਕਾਪੀ ਤੇ ਚੜਾਉਂਦੇ ਆ। ਤੁਸੀਂ ਲਿਖ ਦਿਓ ਜੀ। ਲੈ ਜੀ, ਸੇਮ ਹੀ ਸੋਚਦੇ ਨੇ ਮੁੰਡੇ। ਆ ਦੇਖੋ, ਇੱਧਰ ਤੁਹਾਡਾ ਕੀ ਨਾਮ ਹੈ? ਗੁਰਜਾਬ ਨੇ 5 ਲਿਖਿਆ। ਇੱਧਰ ਤੁਹਾਡਾ? ਹਰਜਾਬ ਨੇ ਵੀ 5 ਲਿਖਿਆ। ਤੁਸੀਂ ਤਾਂ ਸੋਚਦੇ ਵੀ ਸੇਮ ਹੋ। ਕੋਈ ਲੱਕੀ ਨੰਬਰ ਹੈ 5 ਤੁਹਾਡੇ? ਨਹੀਂ, ਇਹ ਸੋਚਦੇ ਸੇਮ ਆਉਂਦੇ। ਤਾਂ ਕਲਾਸ ਵਿੱਚ ਨਾ ਸਾਡੇ ਦੋਨਾਂ ਵਿੱਚ ਹੀ ਹੁੰਦਾ, ਕਦੀ ਇਹ ਫਸਟ ਆ ਜਾਂਦਾ ਹੈ, ਕਦੀ ਮੈਂ ਆ ਜਾਂਦਾ ਹੈ। ਇੱਕ ਦੂਸਰੇ ਦੇ ਨਾਲ ਕਿ ਹਾਂ ਨਹੀਂ ਉਹ ਨਹੀਂ ਆਉਣਾ ਚਾਹੀਦਾ ਕਿ ਮੈਂ ਨਹੀਂ, ਸਾਨੂੰ ਹਮੇਸ਼ਾ ਹੁੰਦੀ ਕਿ ਇੱਕ ਦੂਜੇ ਦਾ ਹੀ ਜ਼ਿਆਦਾ ਆਵੇ। ਦੂਜੇ ਦਾ ਜ਼ਿਆਦਾ ਹੋਵੇ? ਹਾਂਜੀ, ਇਸਦਾ ਹੁੰਦਾ ਕਿ ਨਾ ਭਾਵੇਂ ਇੱਕ ਦਾ ਜ਼ਿਆਦਾ ਆਵੇ ਦੂਸਰੇ ਦਾ ਜ਼ਿਆਦਾ ਆਵੇ, ਇੱਕੋ ਹੀ ਘਰ ਵਿੱਚ ਅਸੀਂ ਹੈ, ਇਹ ਹੁੰਦਾ। ਹਾਂਜੀ, ਕੁਛ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ, ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਛ ਕਿੰਨੇ ਆਏ ਇੱਥੇ ਭੁੱਖੇ ਫੇਮ ਦੇ, ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਹੈ, ਦਬੀ ਰਾਤ ਦੁਨੀਆ ਸਵਾਦ ਲੈਂਦੀ ਹੈ। ਕਿ ਉਹ ਕਹਿੰਦਾ ਕਿ 3rd ਕਲਾਸ ਦੇ ਵਿੱਚ ਮੇਰੇ ਵੰਡੇ ਦੀਆਂ ਗਾਲਾਂ ਮੈਮ ਨੇ ਮੇਰੇ ਭਰਾ ਨੂੰ ਦਿੱਤੀਆਂ। ਹਾਂ, ਔਰ ਕਈ ਵਾਰੀ ਅਸੀਂ ਇਹ ਵੀ ਦੇਖਿਆ ਸਕੂਲ 'ਚ ਕਿ ਇੱਕ ਸ਼ਰਾਰਤ ਕਰਕੇ ਆਪ ਭੱਜ ਜਾਂਦਾ ਔਰ ਦੂਜਾ ਫਸ ਜਾਂਦਾ। ਹੁੰਦੇ ਤਾਂ ਕੁਦਰਤ ਦਾ ਕਰਿਸ਼ਮਾ ਹੈ ਟਵਿਨਸ, ਪਰ ਫੇਸਿਸ ਵੀ ਕਈ ਵਾਰ ਸਿਮਿਲਰ ਹੁੰਦੇ, ਪਰ ਕਈ ਵਾਰ ਟੇਸਟ, ਬਿਹੇਵੀਅਰ ਤੇ ਐਪਟੀਟਿਊਡਸ ਵਗੈਰਾ ਉਹ ਥੋੜੇ ਡਿਫਰੈਂਟ ਹੋ ਜਾਂਦੇ ਹੈ। ਵੈਸੇ ਵੱਡਾ ਕੌਣ ਆ ਦੋਵਾਂ 'ਚ? ਵੱਡਾ ਹੀ ਆ। ਕਿੰਨੇ ਮਿੰਟ ਵੱਡਾ? 10 ਮਿੰਟ। 10 ਮਿੰਟ ਵੱਡਾ? ਤਾਂ ਮੰਨਦਾ ਨਹੀਂ ਪਰ ਮੈਨੂੰ ਵੱਡਾ। ਇਹਨੂੰ ਵੱਡਾ ਮੰਨਦੇ ਨਹੀਂ? ਇਕੁਅਲ ਹੀ ਆ ਮੇਰੇ। ਆਪਾਂ ਮੰਮਾ ਕਹਿੰਦੇ ਕਿ ਕੋਈ ਨਹੀਂ, ਤੁਸੀਂ ਇਕੁਅਲ ਹੀ ਹੈਗੇ ਆ, ਤੁਹਾਨੂੰ 10 ਮਿੰਟ ਦਾ ਕੋਈ ਫਰਕ ਨਹੀਂ ਹੁੰਦਾ। ਜਿਹੜੇ ਫ੍ਰੈਟਰਨਲ ਟਵਿਨਸ ਨੇ, ਉਹਨਾਂ ਦਾ ਜੈਂਡਰ ਵੀ ਜ਼ਰੂਰੀ ਨਹੀਂ ਹੈ ਕਿ ਸੇਮ ਹੋਏ, ਔਰ ਉਹਨਾਂ ਦੀ ਸ਼ਕਲ ਵੀ ਸੇਮ ਨਹੀਂ ਹੁੰਦੀ। ਤੇ ਟ੍ਰਿਪਲੇਟਸ 'ਚ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਉਹਨਾਂ ਦੀ ਸ਼ਕਲ ਇੱਕੋ ਵਰਗੀ ਨਹੀਂ ਹੁੰਦੀ। ਤੇ ਇਹਨਾਂ ਦੇ ਇਸ ਤਰ੍ਹਾਂ ਹੁੰਦਾ ਸੀ ਕਿ ਇਹਨਾਂ ਨੋਟਬੁੱਕ ਜੋ ਚੈੱਕ ਕਰਾਉਣੀਆਂ ਨਾ, ਮੇਰੇ ਕੋਲ ਆਉਣਾ, ਤੇ ਇੱਕ ਨੇ ਕਰਵਾ ਲਈ, ਦੂਜੇ ਤੂੰ ਹੁਣੇ ਤੇ ਚੈੱਕ ਕਰਵਾ ਕੇ ਗਈ ਹੈ ਮੇਰੇ ਕੋਲ, ਤੂੰ ਫਿਰ ਦੁਬਾਰਾ ਆ ਗਈ ਆ। ਉਹਨੇ ਕਹਿਣਾ ਮੈਮ ਮੈਂ ਨਹੀਂ ਦੂਸਰੀ ਲੈ ਪਾਈ ਸੀ। ज़्यादा होशियार कौन है? ये तो कहते मम्मी पापा भी कंफ्यूज होते हैं? अब नहीं होते, कभी कभी हो जाते हैं। समटाइम्स मैं जब पीछे खड़ी होती हूँ तो कंफ्यूज हो जाता है कौन खड़ी है। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਅੱਜ ਤੁਹਾਨੂੰ ਇੱਕ ਅਜਿਹਾ ਚਮਤਕਾਰ, ਇੱਕ ਅਜਿਹਾ ਕ੍ਰਿਸ਼ਮਾ ਜਾਂ ਫਿਰ ਕਹਿ ਲਓ ਕਿ ਇੱਕ ਅਜਿਹਾ ਕੋਇਨਸੀਡੈਂਸ ਦਿਖਾਣਾ ਹੈ ਜਿਸ ਸਕੂਲ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਸਕੂਲ ਦੇ ਵਿੱਚ ਤੁਹਾਨੂੰ ਜਿਹੜੇ ਜੁੜਵਾ ਬੱਚੇ ਨੇ ਜਿਹੜੇ ਉਹ ਤੁਹਾਨੂੰ ਮਿਲਣਗੇ। ਅਸੀਂ ਇਸ ਵਕਤ DAV ਜਿਹੜਾ ਪੁਲਿਸ DAV ਸਕੂਲ ਜਲੰਧਰ ਆ ਉੱਥੇ ਬੈਠੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਕਿੰਨੇ ਹੀ ਜਿਹੜੇ ਟਵਿਨਸ ਨੇ ਉਹ ਬੈਠੇ ਨੇ ਇਸ ਸਕੂਲ ਦੇ ਵਿੱਚ। ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ 42 ਪੇਅਰਸ ਨੇਗੇ ਜੁੜਵਾ ਬੱਚਿਆਂ ਦੇ, ਤੇ 2 ਜਿਹੜੇ ਹੈਗੇ ਨੇਗੇ ਉਹ ਇਹਨਾਂ ਦੇ ਵਿੱਚ ਟ੍ਰਿਪਲੇਟਸ ਵੀ ਹੈਗੇ ਨੇ। ਤਾਂ ਕਹਿ ਸਕਦੇ ਹਾਂ ਕਿ ਟੋਟਲ ਗਿਣਤੀ ਜਿਹੜੀ ਇੱਥੇ ਇਹਨਾਂ ਬੱਚਿਆਂ ਦੀ 90 ਹੈ, ਜਿਹੜੇ ਕਿ ਭੈਣ ਭਰਾ ਨੇ, ਕਈਆਂ ਦੇ ਵਿੱਚੋਂ ਕਈ ਭਰਾ ਨੇ ਤੇ ਕਈ ਭੈਣਾਂ ਵੀ ਹੈਗੀਆਂ ਨੇ। ਸੋ ਇਸ ਵਕਤ ਮੇਰੇ ਨਾਲ ਆ 2 ਜਿਹੜੇ ਸਰਦਾਰ ਮੁੰਡੇ ਬੈਠੇ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਗੁਰਮਨ ਨਾਮ। ਮੇਰਾ ਗੁਰਤਨ। ਅੱਛਾ, ਤੁਸੀਂ ਕਿਹੜੀ ਕਲਾਸ 'ਚ? 10th। ਦੋਵੇਂ 10th 'ਚ? ਦੋਵੇਂ 10th ਵਿੱਚ। ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਈ ਇੰਟਰਸਟਿੰਗ ਫੈਕਟਸ? ਸਾਡੇ ਇੰਟਰਸਟਿੰਗ ਫੈਕਟਸ ਅਸੀਂ ਵੈਸੇ ਇੰਨੇ ਇੰਟਰਸਟਿੰਗ ਹੈ ਹੀ ਨਹੀਂ। ਇੱਦਾਂ ਕੌਣ ਕਹਿੰਦਾ ਹੁੰਦਾ? ਨਹੀਂ, ਅਸੀਂ ਜਿੱਦਾਂ ਮੈਂ ਤਬਲਾ, ਹਾਰਮੋਨੀਅਮ, ਪਿਆਨੋ ਤੇ ਨਾ ਮੈਂ ਗਿਟਾਰ ਵੀ ਵਜਾ ਲੈਂਦਾ ਆ। ਤੇ ਨਾ ਮੈਂ ਫਿਰ ਫੁੱਟਬਾਲ 'ਚ ਵੀ ਮੈਂ ਸਟੇਟ ਲੈਵਲ ਖੇਡਿਆ ਹੋਇਆ ਆ। ਅੱਛਾ, ਹਾਂਜੀ। ਤੇ ਤੁਸੀਂ? ਮੈਂ ਵੀ ਇਹੀ ਸੀ, ਮੈਂ ਬਸ ਫੁੱਟਬਾਲ 'ਚ ਡਿਸਟ੍ਰਿਕਟ ਲੈਵਲ ਖੇਡਿਆ। ਅੱਛਾ,
ਤੇ ਤੁਸੀਂ ਵੀ ਤਬਲਾ ਵਗੈਰਾ ਸਾਰਾ ਵਜਾ ਲੈਂਦੇ ਹਾਂਜੀ ਇੱਕ ਚੀਜ਼ ਹੈ ਸਾਡੇ 'ਚ, ਅਸੀਂ ਦੋਨੋਂ ਲੈਫਟੀ ਹੈ। ਤੁਸੀਂ ਦੋਨੇ ਲੈਫਟੀ ਹੋ? ਜੀ ਅਸੀਂ ਦੋਵੇਂ ਖੱਬੇ ਹੱਥ ਨਾਲ ਲਿਖਦੇ ਹਾਂ। ਅੱਛਾ, ਤੇ ਤੁਹਾਡੀ ਸੋਚ ਮਿਲਦੀ ਹੈ ਆਪਸ 'ਚ? ਥੋੜੀ ਬਹੁਤ ਪਹਿਲਾਂ ਮਿਲਦੀ ਸੀ, ਹੁਣ ਨਹੀਂ। ਸ਼ਕਲ ਤਾਂ ਤੁਹਾਡੀ ਪੂਰੀ ਮਿਲਦੀ ਹੈ ਨਹੀਂ ਸ਼ਕਲ 'ਚ ਵੀ ਸਾਡੇ ਫਰਕ ਹੈ ਕਾਫੀ। ਨਾ? ਜਿਹੜਾ ਰੋਜ਼ ਦੇਖਦਾ ਉਹਨੂੰ ਲੱਗਦਾ ਹੋਊਗਾ, ਸਾਡੇ ਲਈ ਤਾਂ ਥੋੜੀ ਸੇਮ ਹੀ ਲੱਗਦੀ ਹੈ। ਹਾਂਜੀ ਫਿਰ ਕਦੀ ਕਦੀ ਟੀਚਰਸ ਨੂੰ ਵੀ ਲੱਗਦਾ ਇਦਾਂ। ਹੱਸਦੀ ਕਿਉਂ ਘੱਟ? ਤੁਸੀਂ ਦੋਵੇਂ ਹੱਸਦੇ ਘੱਟ ਹੋ? ਨਹੀਂ ਉੱਦਾਂ ਹੀ ਹੈ ਸਭ। ਉੱਦਾਂ ਤਾਂ ਅੰਦਰੋਂ ਖੁਸ਼ ਹੀ ਰਹੀਦਾ ਹਮੇਸ਼ਾ, ਪਰ ਨਾ ਬਾਹਰੋਂ ਲੱਗਦਾ ਦੂਸਰਿਆਂ ਨੂੰ ਕਿ ਹੱਸਦੇ ਘੱਟ ਹਾਂ ਅਸੀਂ। ਹੱਸਦੇ ਕਿਉਂ ਘੱਟ? ਹੱਸਿਆ ਵੀ ਕਰੋ। ਨਹੀਂ ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਮੈਂ ਸਮਾਈਲ ਕਰਿਆ ਕਰਾਂ ਜ਼ਿਆਦਾ ਤੋਂ ਜ਼ਿਆਦਾ ਹੁਣ। ਤੁਸੀਂ ਵੀ ਕਰਦੇ ਹੋ ਕੋਸ਼ਿਸ਼? ਹਾਂਜੀ ਅਸੀਂ ਵੀ ਸੇਮ ਕਰਦੇ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੀ ਸੋਚ ਆਪਸ 'ਚ ਮਿਲਦੀ ਹੈ? ਤੁਹਾਡੇ ਜਿਹੜੇ ਥੋਟ ਪ੍ਰੋਸੈਸ ਹੈ, ਤੁਹਾਡੀ ਰਾਏ, ਤੁਹਾਡੇ ਮਸ਼ਵਰੇ ਜਾਂ ਤੁਹਾਡੀ ਪਸੰਦ ਮਿਲਦੀ ਹੈ? ਹਾਂਜੀ ਬਹੁਤ ਮਿਲਦੀ ਹੈ। ਜਿਵੇਂ ਜਿੱਦਾਂ ਸਾਨੂੰ ਦੋਨਾਂ ਨੂੰ ਨਾ ਜਿੱਦਾਂ ਮਿਊਜ਼ਿਕ ਵਧੀਆ ਲੱਗਦਾ ਗਾਣਾ ਸੁਣਾ ਸਕਦੇ ਹੋ ਦੋਵੇਂ? ਨਹੀਂ ਮਤਲਬ ਮਿਊਜ਼ਿਕ ਵਿੱਚ ਨਾ ਇਨਸਟਰੂਮੈਂਟਸ ਵਗੈਰਾ। ਹਾਂਜੀ ਤੇ ਫਿਰ ਜਿੱਦਾਂ ਸਾਨੂੰ ਦੋਨਾਂ ਨੂੰ ਫੁੱਟਬਾਲ ਬਹੁਤ ਪਸੰਦ ਸੀ, ਤੇ ਹੋਰ ਵੀ ਅਸੀਂ ਪੜ੍ਹਾਈ 'ਚ ਵੀ ਵਧੀਆ ਆ, ਦੋਨੋਂ ਬਰਾਬਰ ਹੀ ਆ। ਹਾਂਜੀ ਅੱਛਾ, ਦੋਵਾਂ 'ਚ ਕੰਪੀਟੀਸ਼ਨ ਹੁੰਦਾ ਕਿ ਮੈਂ ਉਹ ਨਾ ਅੱਗੇ ਲੰਘ ਜੇ, ਉਹ ਨਾ ਲੰਘ ਜੇ? ਹਾਂਜੀ ਸਾਡੇ ਦੋਵਾਂ 'ਚ ਹੀ ਹੁੰਦਾ ਕੰਪੀਟੀਸ਼ਨ। ਅੱਛਾ, ਹਾਂਜੀ ਜਿੱਦਾਂ ਕਲਾਸ ਵਿੱਚ ਨਾ ਸਾਡੇ ਦੋਨਾਂ ਵਿੱਚ ਹੀ ਹੁੰਦਾ, ਕਦੀ ਏ ਫਸਟ ਆ ਜਾਂਦਾ, ਕਦੀ ਮੈਂ ਆ ਜਾਂਦਾ ਆ। ਅੱਛਾ, ਫਿਰ ਤੁਹਾਨੂੰ ਦੋਵਾਂ ਭਰਾਵਾਂ ਨੂੰ ਆਪਸ 'ਚ ਐ ਹੁੰਦੀ ਹੈ ਕਿ ਯਾਰ ਉਹ ਇੱਕ ਦੂਸਰੇ ਦੇ ਨਾਲ ਕਿ ਹਾਂ ਨਹੀਂ ਉਹ ਨਹੀਂ ਆਉਣਾ ਚਾਹੀਦਾ ਕਿ ਮੈਂ? ਨਹੀਂ ਸਾਨੂੰ ਹਮੇਸ਼ਾ ਹੁੰਦੀ ਕਿ ਇੱਕ ਦੂਜੇ ਦਾ ਹੀ ਜ਼ਿਆਦਾ ਆਵੇ। ਦੂਜੇ ਦਾ ਜ਼ਿਆਦਾ ਹੋਵੇ? ਨਹੀਂ ਇਦਾਂ ਹੁੰਦਾ ਕਿ ਨਾ ਭਾਵੇਂ ਇੱਕ ਦਾ ਜ਼ਿਆਦਾ ਆਵੇ ਦੂਸਰੇ ਦਾ ਜ਼ਿਆਦਾ ਆਵੇ, ਇੱਕੋ ਹੀ ਘਰ ਵਿੱਚ ਅਸੀਂ ਹੈ, ਇਹ ਹੁੰਦਾ। ਹਾਂਜੀ ਇਹ ਤਾਂ ਨਹੀਂ ਹੁੰਦਾ ਕਿ ਯਾਰ ਨਹੀਂ ਮੈਂ ਉਹਨੂੰ ਪਿੱਛੇ ਛੱਡਣਾ? ਨਹੀਂ ਮਤਲਬ ਕੋਸ਼ਿਸ਼ ਪੂਰੀ ਕਰੀਦੀ, ਪਰ ਇਦਾਂ ਨਹੀਂ ਹੁੰਦਾ ਉਹਦੇ ਜ਼ਿਆਦਾ ਆ ਜੇ ਫਿਰ ਬੁਰਾ ਨਹੀਂ ਲੱਗਦਾ, ਖੁਸ਼ੀ ਹੁੰਦੀ ਹੈ ਬਸ। ਖੁਸ਼ੀ ਹੁੰਦੀ ਹੈ ਜਦੋਂ ਇੱਕ ਦੇ ਜ਼ਿਆਦਾ ਆ ਜਾਂਦੇ ਨੇ? ਹਾਂਜੀ ਹਾਂ, ਬੜੀ ਸੋਹਣੀ ਗੱਲ ਕੀਤੀ ਹੈ, ਕਹਿੰਦਾ ਜਾਣੇ ਦਾ ਨੰਬਰ ਘਰ 'ਚ ਹੀ ਨੇ। ਹਾਂਜੀ ਖੁਸ਼ੀ ਹੁੰਦੀ ਹੈ, ਪਰ ਇਦਾਂ ਵੀ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਪਿੱਛੇ ਕਰਨਾ ਹੈ, ਅਸੀਂ ਬਰਾਬਰ ਹੀ ਠੀਕ ਹੈ। ਤੁਹਾਡੇ ਅੰਦਰ ਪੂਰਾ ਪਿਆਰ ਹੈ ਇੱਕ ਦੂਜੇ ਨੂੰ ਲੈ ਕੇ? ਹਾਂਜੀ ਸਾਡੇ ਦੋਨਾਂ ਅੰਦਰ ਵੈਸੇ ਕਹਿੰਦੇ ਆ ਕਿ ਜਿਹੜੇ ਟਵਿਨਸ ਹੁੰਦੇ ਆ ਉਹਨਾਂ ਅੰਦਰ ਜ਼ਿਆਦਾ ਪਿਆਰ ਹੁੰਦਾ ਹੈ ਬਾਕੀਆਂ ਭੈਣ ਭਰਾ ਵਗੈਰਾ ਤੋਂ ਨਾਲੋਂ। ਤੇ ਤੁਸੀਂ ਜਿੱਦਾਂ ਹੁਣ ਤੁਹਾਨੂੰ ਜਦੋਂ ਸੈਕਸ਼ਨ ਤੁਹਾਡੇ ਲੱਗ ਹੋਏ ਤੁਹਾਨੂੰ ਬੁਰਾ ਲੱਗਿਆ ਸੀ? ਨਹੀਂ ਸਾਡੇ ਸੇਮ ਹੀ ਹੈ। ਹਾਂਜੀ ਤਾਂ ਹੀ ਸਾਡੇ ਨਾ ਸੇਮ ਸੈਕਸ਼ਨ ਹੋਣ ਕਾਰਨ ਜਿੱਦਾਂ ਕਦੀ ਨਾ ਟੀਚਰਸ ਪ੍ਰੋਬਲਮ ਆਉਂਦੀ ਹੈ, ਜਿਵੇਂ ਕਾਪੀ ਮੈਂ ਚੈੱਕ ਕਰਵਾਤੀ ਫਿਰ ਬਾਅਦ 'ਚ ਬੁਲਾਓਗੇ ਗੁਰਮਨ ਤੂੰ ਕਾਪੀ ਕਿਉਂ ਨਹੀਂ ਚੈੱਕ ਕਰਵਾਈ, ਮੈਂ ਫਿਰ ਕਹੂੰਗਾ ਕਿ ਉਹ ਗੁਰਤਨ ਸੀ। ਅੱਛਾ, ਕਦੇ ਆਪਣੇ ਹਮਸ਼ਕਲ ਹੋਣ ਦਾ ਫਾਇਦਾ ਚੱਕਿਆ ਇੱਕ ਦੂਸਰੇ ਦਾ? ਨਹੀਂ ਉਹ ਚੱਕ ਸਕਦੇ ਹਾਂ। ਇੱਕ ਵਾਰ ਹੋਇਆ ਸੀ ਜਿੱਦਾਂ ਨਾ ਅਸੀਂ ਭੱਜਣ ਗਏ ਸੀ, ਟਰੈਕ 3 ਕਿਲੋਮੀਟਰ ਦਾ ਸੀ, ਕਾਫੀ ਵੱਡਾ ਟਰੈਕ ਸੀ, ਤੇ ਨਾ ਇਹ ਜਿੱਦਾਂ ਇਹ ਅੱਗੇ ਸੀ ਮੇਰੇ ਤੋਂ ਕਿਉਂਕਿ ਪਹਿਲਾਂ ਇਹਨੇ ਸ਼ੁਰੂ ਕੀਤਾ, ਫਿਰ ਨਾ ਇਹ ਭੱਜ ਰਿਹਾ ਸੀ, ਉੱਥੇ ਮੈਂ ਪਿੱਛੋਂ ਆਇਆ ਥੋੜੀ ਦੇਰ ਬਾਅਦ, ਉਹ ਕਹਿੰਦੇ ਤੂੰ 3 ਕਿਲੋਮੀਟਰ ਦਾ ਟਰੈਕ ਇੰਨੀ ਛੇਤੀ ਕਰ ਲਿਆ, ਮੈਂ ਕਿਹਾ ਹਾਂਜੀ ਮੈਂ ਬਹੁਤ ਤੇਜ਼ ਹਾਂ। ਤੇ ਮਸਤੀ ਵੀ ਚੱਲਦੀ ਰਹਿੰਦੀ ਹੈ? ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਦੋਨਾਂ ਦੀ ਫੇਵਰੇਟ ਡਿਸ਼ ਕਿਹੜੀ ਹੈ? ਮੇਰੀ ਫੇਵਰੇਟ ਡਿਸ਼ ਵੈਸੇ ਡੋਸਾ ਹੈ। ਨਹੀਂ ਕਾਫੀ ਡਿਸ਼ ਹੈ, ਮਤਲਬ ਇੱਦਾਂ ਕੋਈ ਫਿਕਸ ਨਹੀਂ ਹੈ। ਜਦੋਂ ਤੁਸੀਂ ਕਿਤੇ ਕੱਪੜੇ ਦੀ ਦੁਕਾਨ ਤੇ ਕੱਪੜੇ ਲੈਣ ਜਾਂਦੇ ਹੋ ਤਾਂ ਇਹ ਹੁੰਦਾ ਕਿ ਤੁਹਾਨੂੰ ਦੋਵਾਂ ਨੂੰ ਇੱਕ ਚੀਜ਼ ਹੋਵੇ, ਮੰਨ ਲਓ ਇੱਕ ਸ਼ਰਟ ਹੈ, ਉਹਦੇ ਨਾਲ ਦੀ ਕੋਈ ਹੋਰ ਸ਼ਰਟ ਉਸ ਦੁਕਾਨ ਤੇ ਹੈ ਨਹੀਂ, ਤੇ ਤੁਹਾਨੂੰ ਦੋਵਾਂ ਨੂੰ ਉਹ ਪਸੰਦ ਆ ਗਈ ਹੋਵੇ? ਨਹੀਂ ਇੱਦਾਂ ਹੋਇਆ ਫਿਰ ਕਈ ਵਾਰ ਮਤਲਬ ਉੱਦਾਂ ਛੋਟੀ ਮੋਟੀ ਲੜਾਈ ਹੋ ਜਾਂਦੀ ਕਿ ਮੈਂ ਲੈਣੀ ਹੈ, ਪਰ ਐਂਡ ਵਿੱਚ ਫਿਰ ਨਾ ਅਸੀਂ ਕਰ ਲੈਂਦੇ ਹਾਂ ਕਿ ਨਾ ਤੂੰ ਇਹੀ ਰੱਖ ਲੈ, ਫਿਰ ਮੈਂ ਦੂਸਰੀ ਮਤਲਬ ਅੱਜ ਕੱਲ੍ਹ ਅਸੀਂ ਨਾ ਅਲੱਗ ਹੀ ਕਲਰ ਯੂਜ਼ ਕਰਦੇ ਹਾਂ। ਤੇ ਕੱਪੜੇ ਸੇਮ ਪਾਉਂਦੇ ਹੋ ਤੁਸੀਂ? ਹੁਣ ਅਸੀਂ ਕਲਰਸ ਮਤਲਬ ਡਿਜ਼ਾਈਨ ਸੇਮ ਹੁੰਦਾ, ਕਲਰ ਅਲੱਗ ਪਾਉਂਦੇ ਹਾਂ। ਅੱਛਾ, ਮੈਂ ਤੁਹਾਡੇ ਕੋਲੇ ਵੀ ਆ ਗਿਆ, ਪਹਿਲਾਂ 1 ਮਿੰਟ ਇੱਧਰ ਗੱਲ ਕਰ ਲਾਂ। ਹਾਂਜੀ, ਤੁਹਾਡਾ ਕੀ ਨਾਮ ਹੈ? ਹਰਜਾਬ, ਗੁਰਜਾਬ ਸਿੰਘ। ਗੁਰਜਾਬ ਤੇ ਹਰਜਾਬ, ਤੁਹਾਡੀਆਂ ਕੋਈ ਮੈਨੂੰ ਖਾਸ ਗੱਲਾਂ ਦੱਸੋ ਜਿਹੜੀਆਂ ਇੰਟਰਸਟਿੰਗ ਜੀਆਂ ਗੱਲਾਂ ਜਿਹੜੀਆਂ ਹੋਰ ਕਿਤੇ ਮੈਨੂੰ ਨਾ ਮਿਲਣ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਪਰ ਕਈ ਹੁੰਦੀਆਂ ਪਰ ਯਾਦ ਨਹੀਂ ਹੈ। ਤਾਂ ਪੱਗਾਂ ਵੀ ਦੋਵੇਂ ਸੇਮ ਬੰਨਦੇ ਹੋ? ਹਾਂਜੀ, ਉਹ ਇਕੱਠੇ ਸਿੱਖਿਆ ਸੀ ਨਾ। ਇਕੱਠੇ ਸਿੱਖਿਆ? ਇੱਕ ਦੂਜੇ ਨੂੰ ਦੇਖ ਕੇ ਬੰਨੀਆਂ। ਵੀ ਜਮਾ ਸੇਮ ਨੇ ਤੁਹਾਡੇ? ਹਾਂ, ਛੋਟੇ ਹੁੰਦੇ ਤੋਂ ਹੋਏਗੇ। ਅੱਛਾ, ਘਰੇ ਮੰਮੀ ਪਾਪਾ ਨੂੰ ਤਾਂ ਪਤਾ ਲੱਗ ਜਾਂਦਾ ਹੋਊਗਾ, ਤੁਹਾਡੀ ਪਛਾਣ ਆ ਜਾਂਦੀ ਹੋਊਗੀ, ਰਿਸ਼ਤੇਦਾਰ ਬੜੇ ਕਨਫਿਊਜ਼ ਹੁੰਦੇ ਹੋਣਗੇ, ਮੈਡਮਾਂ ਬੜੀਆਂ ਕਨਫਿਊਜ਼ ਹੁੰਦੇ ਹੋਣਗੇ। ਮੈਡਮਾਂ ਹੁੰਦੀਆਂ ਵਾ ਪਰ ਰਿਸ਼ਤੇਦਾਰ ਤੇ ਪਾਪਾ ਮੰਮਾ ਨਹੀਂ ਹੁੰਦੇ ਕਦੀ। ਰਿਸ਼ਤੇਦਾਰਾਂ ਨੂੰ ਪਤਾ? ਹਾਂਜੀ, ਸਾਰਿਆਂ ਨੂੰ ਲੱਗ ਗਿਆ ਪਤਾ। ਹਾਂਜੀ 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 ਸਾਰਿਆਂ ਨੂੰ। ਕਦੇ ਕਦੇ ਕੋਈ ਨਾ ਕੋਈ ਤਾਂ ਹੋ ਜਾਂਦਾ ਹੋਊ। ਨਹੀਂ, ਪੱਗਾਂ ਦੇਖ ਕੇ ਵੀ ਨਹੀਂ ਹੁੰਦਾ ਕੋਈ, ਸਾਰਿਆਂ ਨੂੰ ਪਤਾ ਹੁਣ, ਪਛਾਣ ਸਾਰਿਆਂ ਨੂੰ ਹੈਗੀ ਆ। ਹਾਂਜੀ।
ਅੱਛਾ, ਇਹ ਹੋਇਆ ਕਿ ਦੂਸਰੇ ਦੇ ਫਰੈਂਡ ਸਰਕਲ 'ਚ ਦੂਸਰਾ ਚੱਲ ਗਿਆ ਜਾਂ ਤੁਹਾਡਾ ਸੇਮ ਹੀ ਫਰੈਂਡ ਸਰਕਲ ਹੈ? ਸੇਮ ਹੀ ਫਰੈਂਡ ਸਰਕਲ ਸਾਰਾ ਸਾਡਾ, ਜੋ ਇਹਦੇ ਫਰੈਂਡ ਉਹ ਮੇਰੇ ਫਰੈਂਡ ਹੈ, ਜੋ ਮੇਰੇ ਫਰੈਂਡ ਹੈ ਇਹਦੇ ਫਰੈਂਡ ਹੈ। ਅਟੈਚਮੈਂਟ ਕਿੰਨੀ ਕੁ ਹੁੰਦੀ ਹੈ ਤੁਹਾਨੂੰ ਆਪਸ 'ਚ? ਜਿੱਦਾਂ ਮੇਰਾ ਵੀ ਭਰਾ ਹੈ, ਪਰ ਸਾਡੀ ਤਾਂ ਕਦੇ ਕਦੇ ਲੜਾਈ ਵੀ ਹੋ ਜਾਂਦੀ ਹੈ, ਤੁਹਾਡੀ ਹੁੰਦੀ ਹੈ? ਕਦੀ ਕਦੀ ਹੁੰਦੀ ਹੈ ਲੜਾਈ, ਪਰ ਇੰਨੀ ਵੀ ਨਹੀਂ ਆਪਾਂ ਲੜਦੇ ਕਿ ਆਪਾਂ ਇੱਕ ਦੂਜੇ ਨੂੰ ਮਾਰ ਹੀ ਦਈਏ। ਤੁਹਾਡੇ ਦੋਵਾਂ 'ਚ ਆਪਸ 'ਚ ਕੰਪੀਟੀਸ਼ਨ ਪੂਰਾ ਰਹਿੰਦਾ ਕਲਾਸ 'ਚ ਫਸਟ ਆਉਣ ਨੂੰ ਲੈ ਕੇ, ਜਾਂ ਕੋਈ ਵੱਧ ਹੁਸ਼ਿਆਰ ਹੈ ਕੋਈ ਘੱਟ ਹੈ? ਕੰਪੀਟੀਸ਼ਨ ਸਾਡੇ 'ਚ ਹੈਗਾ ਵਾ ਇੱਕ ਦੋਵਾਂ 'ਚ? ਤੇ ਫਿਰ ਜੈਲਸੀ ਵੀ ਹੁੰਦੀ ਹੈ? ਜੈਲਸੀ ਵੀ ਹੁੰਦੀ ਆ। ਕਿਤੇ ਤੋਂ ਕੌਣ ਜ਼ਿਆਦਾ ਅੱਗੇ ਰਹਿੰਦਾ? ਆਹ ਰਹਿੰਦਾ ਮੇਰੇ ਤੋਂ ਅੱਗੇ ਥੋੜਾ ਆ। ਮੈਂ ਹੁੰਦਾ ਨਹੀਂ ਯਾਰ ਇਹ ਕਿਉਂ ਨਿਕਲ ਗਿਆ? ਮੈਨੂੰ ਇਹ ਹੁੰਦਾ, ਮੈਂ ਕਹਿੰਦਾ ਕਿ ਐਵੇਂ ਅੱਗੇ ਨਿਕਲ ਗਿਆ, ਇਹਨੂੰ ਪਿੱਛੇ ਕੱਢਣਾ ਅੱਜ। ਦਿਲੋਂ ਵੀ ਹੁੰਦਾ ਕਿ ਦਿਲੋਂ ਚੱਲ ਕੋਈ ਗੱਲ ਨਹੀਂ? ਨਹੀਂ, ਦਿਲੋਂ ਫੇਰ ਭਰਾਵਾ ਨਾ ਫੇਰ ਕਹਿੰਦਾ ਚਲ ਕੋਈ ਨਹੀਂ। ਅੱਛਾ, ਵੈਸੇ ਵੱਡਾ ਕੌਣ ਆ ਦੋਵਾਂ 'ਚ? ਵੱਡਾ ਇਹ ਆ। ਕਿੰਨੇ ਮਿੰਟ ਵੱਡਾ ਹੈ? 10 ਮਿੰਟ। ਜੀ 10 ਮਿੰਟ ਵੱਡਾ ਤੁਹਾਡੇ? ਮੰਨਦਾ ਨਹੀਂ ਪਰ ਮੈਂ ਇਹਨੂੰ ਵੱਡਾ ਇਹਨੂੰ ਵੱਡਾ ਮੰਨਦੇ ਨਹੀਂ? ਇਕੁਅਲ ਹੀ ਆ ਮੇਰੇ। ਆਪਾਂ ਮੰਮਾ ਕਹਿੰਦੇ ਕਿ ਕੋਈ ਨਹੀਂ ਤੁਸੀਂ ਇਕੁਅਲ ਹੀ ਹੈਗੇ ਆ, ਤੁਹਾਨੂੰ 10 ਮਿੰਟ ਦਾ ਕੋਈ ਫਰਕ ਨਹੀਂ ਹੁੰਦਾ। ਅੱਛਾ, ਤੇ ਤੁਸੀਂ ਇਹਨੂੰ ਛੋਟਾ ਮੰਨਦੇ ਹੋ? ਹਾਂਜੀ ਛੋਟਾ ਮੰਨਦਾ। ਮੈਂ ਕਹਿੰਦਾ ਇਹਨੂੰ ਕੰਮ ਕਰਨ ਨੂੰ, ਮੈਂ ਇਹਨੂੰ ਕਹਿੰਦਾ ਵਾਂ, ਮੈਂ ਕਿਹਾ ਕੰਮ ਕਰ ਚੱਲ। ਇਹ ਮੰਨਦਾ ਨਹੀਂ, ਕਹਿੰਦਾ ਮੈਂ ਤੇਰੇ ਕੋਲ ਡਰਾਂ, ਤੂੰ ਕਿਹੜਾ ਇੰਨਾ ਵੱਡਾ ਮੇਰੇ ਤੋਂ। ਮੈਂ ਕਹਿੰਦਾ 10 ਮਿੰਟ ਤੇ ਵੱਡਾ ਨਾ। ਹਾਂਜੀ। ਅੱਛਾ, ਤੁਸੀਂ ਮੈਨੂੰ ਦੱਸ ਰਹੇ ਸੀ ਕੰਪੀਟੀਸ਼ਨ ਵਾਲੀ ਗੱਲ ਦੱਸੋ ਵੀ ਕਿੰਨੀ ਕੁ ਤੁਹਾਨੂੰ ਆਪਸ ਦੇ ਵਿੱਚ, ਵੈਸੇ ਚਲੋ ਮਜ਼ਾਕ ਇੱਕ ਪਾਸੇ, ਉਹ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਪਿੱਛੇ ਛੱਡ? ਹਾਂਜੀ, ਕਦੀ ਕਦੀ ਹੁੰਦਾ ਵਾ ਕਲਾਸ 'ਚ, ਜਿੱਦਾਂ ਪੜ੍ਹਨ 'ਚ ਵੀ ਮੇਰੇ ਤੋਂ ਥੋੜਾ ਜਿਹਾ ਤੇਜ਼ ਆ। ਇਹ ਸਾਥ ਦਿੰਦਾ ਤੁਹਾਡਾ? ਨਹੀਂ, ਸਾਥ ਨਹੀਂ ਦਿੰਦਾ ਬਿਲਕੁਲ। ਪਤਾ ਖਿੱਚਦਾ? ਹਾਂਜੀ, ਮੈਂ ਦੱਸ ਦਿੰਦਾ ਹੁੰਦਾ ਘਰੇ, ਜੇ ਮਾਰਕਸ ਦੇ ਘੱਟ ਆਏ ਹੋਵੇ ਨਾ, 0 ਆਇਆ ਹੋਵੇ ਇਹਨੂੰ, ਤੇ ਮੈਂ ਦੱਸ ਦਿੰਦਾ, ਮੈਂ ਕਹਿੰਦਾ ਘਰੇ ਫਿਰ ਪੈਂਦੀ ਇਹਨੂੰ ਗਾਲਾਂ, ਮੰਮੀ ਨੂੰ ਪਾਪਾ ਦੱਸ ਦੇਣਾ ਮੈਂ ਜਾ ਕੇ। ਇਹ ਨਹੀਂ ਆ ਕਿ ਘੱਟ ਆਏ ਦੱਸਾ ਹੀ ਨਾ। ਅੱਛਾ, ਜਦੋਂ ਤੁਸੀਂ ਇੱਕ ਦੂਸਰੇ ਤੋਂ ਅਲੱਗ ਹੁੰਦੇ ਹੋ, ਮਤਲਬ ਕਿ ਹੁਣ ਤਾਂ ਚਲੋ ਜਿਵੇਂ ਇਕੱਠੇ ਬੈਠੇ ਹੋ, ਜਦੋਂ ਅਲੱਗ ਹੁੰਦੇ ਹੋ ਤਾਂ ਮਿਸ ਕਰਦੇ ਹੋ ਇੱਕ ਦੂਸਰੇ ਨੂੰ ਕਿੰਨਾ? ਮਿਸ ਨਹੀਂ ਕਰਦੇ। ਹਾਂਜੀ, ਮੈਂ ਲੱਗ ਕੇ ਵੀ ਖੁਸ਼ ਹਾਂ, ਦੂਰ ਰਹਿ ਕੇ ਖੁਸ਼ ਹਾਂ। ਮੈਂ ਕੀ ਖੁਸ਼ ਹਾਂ? ਦੂਰ ਰਹਿ ਕੇ ਵੀ ਖੁਸ਼ ਹਾਂ, ਲੱਗ ਰਹਿ ਕੇ ਵੀ ਖੁਸ਼ ਹਾਂ। ਅਲੱਗ ਤੇ ਦੂਰ ਸੇਮ ਹੀ ਹੁੰਦੇ ਨੇ ਮਾਮਾ। ਹਾਂਜੀ, ਜੋ ਹੀ ਆ। ਮਤਲਬ ਨੇੜੇ ਰਹਿ ਕੇ ਵੀ ਸਹੀ ਆ, ਦੂਰ ਰਹਿ ਕੇ ਵੀ ਸਹੀ ਆ, ਐਦਾਂ। ਅੱਛਾ, ਦੋਵੇਂ ਜਾਣੇ ਕੋਈ ਗਾਣਾ ਸੁਣਾਓਗੇ ਮੈਨੂੰ? ਕੋਈ ਵੀ ਅਜਿਹੀ ਚੀਜ਼ ਜਿਹਦੇ ਵਿੱਚ ਤੁਹਾਡੇ ਦੋਵਾਂ ਦਾ ਕੈਮਿਸਟਰੀ ਦੇਖ ਸਕੇ? ਉਹ 10 ਪੁੱਤ ਤੇਰਾ ਹੈਡ ਡਾਊਨ ਕਾਸ ਤੋਂ, ਚੰਗਾ ਬੜਾ ਹੱਸਦਾ ਸੀ ਮੋਨ ਕਾਸ ਤੋਂ, ਜਿਹੜੇ ਤੇਰੇ ਵਾਜੇ ਵਿੱਚ ਮੋਲ ਚੱਕੀ ਖੜੇ ਆ, ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ। ਕੁਛ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ, ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਛ ਕਿੰਨੇ ਆਏ ਇੱਥੇ ਭੁੱਖੇ ਫੇਮ ਦੇ, ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਹੈ, ਦਬੀ ਰਾਤ ਦੁਨੀਆ ਸਵਾਦ ਲੈਂਦੀ ਹੈ, ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ, ਇੱਥੇ ਬਦਨਾਮੀ ਆਈ ਰੇਟ ਮਿਲੂਗੀ, ਨਿਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਬਹੁਤ ਹੇਟ ਮਿਲੂਗੀ। ਅੱਛਾ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਚੀਜ਼ ਕਦੋਂ ਪਤਾ ਚੱਲੀ ਸੀ ਕਿ ਤੁਹਾਡੇ ਜਿਹੜੇ ਸਕੂਲ ਦੇ ਵਿੱਚ ਇੰਨੇ ਬੱਚੇ ਨੇ, ਜਾਂ ਫਿਰ ਤੁਸੀਂ ਜੁੜਵਾ ਲਈ ਇਹ ਲਿਖ ਕੇ ਲਾਇਆ ਹੋਇਆ ਸੀ ਕਿ ਜੁੜਵਾ ਬੱਚੇ ਸਾਡੇ ਸਕੂਲ 'ਚ ਆ ਜਾਣ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸੁਭਾਵਿਕ ਹੈ, ਜਦੋਂ ਸਕੂਲ 'ਚ ਇੰਨੀ ਜ਼ਿਆਦਾ ਸਟਰੈਂਥ ਹੈ, ਸਾਡੇ ਕੋਲ 5500 ਕਰੀਬ ਬੱਚੇ ਹੈਗੇ ਹੈ, ਤੇ ਸਾਨੂੰ ਇਹ ਤਾਂ ਆਈਡੀਆ ਸੀਗਾ ਕਿ ਕਿਉਂਕਿ ਐਡਮਿਸ਼ਨ ਵੇਲੇ ਪੇਰੈਂਟਸ ਆਉਂਦੇ ਆ, ਮਿਲਦੇ ਆ, ਤੇ ਪਤਾ ਚੱਲਦਾ ਹੈ। ਲੇਕਿਨ ਸਾਨੂੰ ਵੀ ਬਹੁਤ ਥੋੜੀ ਦੇਰ ਪਹਿਲੇ ਹੀ ਪਤਾ ਚੱਲਿਆ ਕਿ ਸਾਡੇ ਸਕੂਲ 'ਚ 42 ਪੇਅਰਸ ਨੇ ਜੁੜਵਾ ਦੇ, ਤੇ 2 ਸੈੱਟ ਨੇ ਟ੍ਰਿਪਲੇਟਸ ਤੇ। ਸੋ ਇਹ ਗੱਲ ਸਾਨੂੰ ਬੜੀ ਇੰਟਰਸਟਿੰਗ, ਖੁਦ ਨੂੰ ਬੜੀ ਅਚੰਭਵਦਾਇਕ ਲੱਗਦੀ ਹੈ ਕਿ ਇੰਨੇ ਬੱਚੇ ਇੱਕ ਜਗ੍ਹਾ ਤੇ, ਔਰ ਅਸੀਂ ਜਦੋਂ ਇਕੱਠਾ ਕੀਤਾ ਉਹਨਾਂ ਨੂੰ, ਸਾਨੂੰ ਆਪ ਬੜਾ ਮਜ਼ਾ ਆਇਆ, ਔਰ ਬੱਚਿਆਂ ਦੀ ਬਸਤੀਆਂ ਟੀਚਰਾਂ ਤੋਂ ਸਾਰਿਆਂ ਤੋਂ ਸੁਣ ਕੇ ਬੜਾ ਇੰਟਰਸਟਿੰਗ ਲੱਗਦਾ। ਜਦੋਂ ਪੇਰੈਂਟ ਮੇਰੇ ਕੋਲ ਆਉਂਦਾ ਐਡਮਿਸ਼ਨ ਕਰਾਉਣ, ਤੇ ਮੇਰਾ ਇੱਕ ਹੀ ਇਸਰਾਰ ਹੁੰਦਾ ਪੇਰੈਂਟ ਨੂੰ ਕਿ ਪੇਰੈਂਟ ਚਾਹੁੰਦਾ ਕਿ ਉਹਨਾਂ ਨੂੰ ਇੱਕ ਸੈਕਸ਼ਨ 'ਚ ਪਾ ਦਈਏ। ਸੋ ਮੈਂ ਉਹਨਾਂ ਨੂੰ ਇਨਸਿਸਟ ਕਰਦੀ ਹਾਂ, ਜਦੋਂ ਹੀ ਦੇਖਦੀ ਹਾਂ ਕਿ ਟਵਿਨਸ ਨੇ ਜਾਂ ਟ੍ਰਿਪਲੇਟਸ ਨੇ, ਕਿ ਅਸੀਂ ਇਹਨਾਂ ਨੂੰ ਇੱਕ ਸੈਕਸ਼ਨ 'ਚ ਨਹੀਂ ਰੱਖਾਂਗੇ, ਕਿਉਂਕਿ ਮੈਨੂੰ ਇਹ ਲੱਗਦਾ ਕਿ ਘਰ 'ਚ ਵੀ ਉਹ ਟੋਟਲੀ ਇੱਕ ਦੂਜੇ ਦੇ ਨਾਲ ਰਹਿੰਦੇ ਆ, ਔਰ ਪੇਰੈਂਟ ਦੀ ਅਟਰੈਕਸ਼ਨ ਹੁੰਦੀ ਹੈ ਕਿ ਇੱਕ ਨਹੀਂ ਗਿਆ ਤੇ ਹੋਮਵਰਕ ਸੇਮ ਹੋ ਜਾਏਗਾ ਜਾਂ ਬਿਲਕੁਲ ਸਿਲੇਬਸ ਸੇਮ ਚੱਲੇਗਾ। ਪਰ ਮੇਰੀ ਐਪਰੀਹੈਂਸ਼ਨ ਹੁੰਦੀ ਹੈ ਕਿ ਇਹਨੂੰ ਇੱਦਾਂ ਫਰੈਂਡਸ ਬਣਾਉਣੇ ਨਹੀਂ ਆਉਣਗੇ, ਕਿਉਂਕਿ ਉਹ ਆਪਸ ਵਿੱਚ ਹੀ ਰਹਿਣਗੇ ਔਰ ਆਪਸ ਵਿੱਚ ਹੀ ਖੇਡਣਗੇ, ਆਪਸ ਵਿੱਚ ਹੀ ਖਾਣਾ ਖਾਇਆ, ਤੇ ਹੋਰ ਫਰੈਂਡਸ, ਕਿਉਂਕਿ ਅਸੀਂ ਸਕੂਲ ਸਿਰਫ ਪੜ੍ਹਨ ਨਹੀਂ ਆਉਂਦੇ, ਅਸੀਂ ਬਹੁਤ ਸਾਰੇ ਸਮਾਜਿਕ ਕਰਤੱਵਯ ਔਰ ਰਹਿਣੀ ਸਹਿਣੀ ਸਿੱਖਣ ਆਉਂਦੇ ਹਾਂ। ਪਹਿਲਾਂ ਤਾਂ ਤੁਸੀਂ ਗੱਲ ਕਰ ਰਹੇ ਹੋ ਕਿ 42 ਜਿਹੜੇ ਪੇਅਰਸ ਨੇ, ਮਤਲਬ ਕਿ 84 ਹੋ ਗਏ ਜਿਹੜੇ ਤੁਹਾਡੇ ਜੁੜਵਾ ਹੋ ਗਏ, ਇਸ ਤੋਂ ਇਲਾਵਾ 2 ਸੈੱਟ ਆਫ ਟ੍ਰਿਪਲੇਟਸ ਨੇ, 2 ਬੱਚੇ ਨੇ ਜਿਹੜੇ ਤਿੰਨ ਤਿੰਨ ਹਮ ਸ਼ਕਲ ਨੇ ਜਿਹੜੇ
ਟੋਟਲ ਆਪਾਂ ਕਹਿ ਸਕਦੇ ਕਿ 90 ਹੋ ਗਿਆ। ਹਾਂਜੀ ਐਦਾਂ ਹੈ ਕਿ ਜੁੜਵਾਂ 'ਚ ਸਾਰੇ ਜਿਹੜੇ ਜੁੜਵਾਂ ਨਾ ਉਹ ਹਮਸ਼ਕਲ ਨਹੀਂ ਹੁੰਦੇ, ਕਿਉਂਕਿ ਜਿਹੜੇ ਤਾਂ ਆਇਡੈਂਟੀਕਲ ਟਵਿਨਸ ਹੁੰਦੇ ਆ ਉਹ ਤਾਂ ਹਮਸ਼ਕਲ ਵੀ ਹੁੰਦੇ ਆ ਔਰ ਸੇਮ ਸੈਕਸ ਦੇ ਵੀ ਹੁੰਦੇ ਆ, ਲੇਕਿਨ ਜਿਹੜੇ ਫ੍ਰੈਟਰਨਲ ਟਵਿਨਸ ਨੇ ਉਹਨਾਂ ਦਾ ਜੈਂਡਰ ਵੀ ਜ਼ਰੂਰੀ ਨਹੀਂ ਹੈ ਕਿ ਸੇਮ ਹੋਏ ਔਰ ਉਹਨਾਂ ਦੀ ਸ਼ਕਲ ਵੀ ਸੇਮ ਨਹੀਂ ਹੁੰਦੀ। ਤੇ ਟ੍ਰਿਪਲੇਟਸ 'ਚ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਉਹਨਾਂ ਦੀ ਸ਼ਕਲ ਇੱਕੋ ਵਰਗੀ ਨਹੀਂ ਹੁੰਦੀ। ਇਹਨਾਂ ਦੀ ਜਿਹੜੀਆਂ ਸੋਚ, ਮੈਂ ਤੁਹਾਨੂੰ ਦੱਸਾਂ ਕਿ ਮੈਂ ਉਹ ਜਿਹੜੇ ਸਰਦਾਰ ਜੀ ਬੈਠੇ ਨੇ ਦੋ, ਉਹਨਾਂ ਦੀ ਮੈਂ ਸੋਚ ਦੇਖ ਰਿਹਾ ਸੀ ਕਿ ਕਿੰਨੀ ਕੁ ਮੈਚ ਕਰਦੀ ਹੈ। ਮੈਂ ਉਹਨਾਂ ਨੂੰ ਕਿਹਾ ਕਿ 1 ਤੋਂ ਲੈ ਕੇ 10 ਤੱਕ ਕੁਝ ਵੀ ਤੁਸੀਂ ਨੰਬਰ ਲਿਖੋ। ਉਹਨਾਂ ਦੋਵਾਂ ਨੇ 5 ਲਿਖਿਆ। ਇਹੀ ਮੈਂ ਕਿਸੇ ਹੋਰ ਤੇ ਅਪਲਾਈ ਕਰਕੇ ਦੇਖਿਆ, ਹੋ ਸਕਦਾ ਕੋਇਨਸੀਡੈਂਸ ਹੋਵੇ, ਪਰ ਉਹਨਾਂ ਦਾ ਕਹਿਣਾ ਕਿ ਸਾਡੀ ਸੋਚ ਜਿਹੜੀ ਸਾਡੇ ਥੋਟਸ ਪ੍ਰੋਸੈਸ ਹੈ ਉਹ ਸਾਰਾ ਸੇਮ ਹੈ। ਜਿਹੜੇ ਆਇਡੈਂਟੀਕਲ ਟਵਿਨਸ ਨੇ ਨਾ, ਤਾਂ ਹੀ ਵਰਡ ਹੈ ਆਇਡੈਂਟੀਕਲ, ਕਿਉਂਕਿ ਉਹਨਾਂ ਦੀ ਸ਼ਕਲ ਵੀ ਆਇਡੈਂਟੀਕਲ ਹੁੰਦੀ ਹੈ, ਸੋਚ ਵੀ ਆਇਡੈਂਟੀਕਲ ਹੁੰਦੀ ਹੈ। ਸਭ ਤੋਂ ਜ਼ਿਆਦਾ ਇੰਟਰਸਟਿੰਗ ਜਿਹੜਾ ਸਾਡਾ ਇੱਕ ਮਨੋਵਿਗਿਆਨਿਕ ਦੇ ਤੌਰ ਤੇ ਦੇਖਿਆ ਜਾਵੇ, ਮੈਂ ਮਨੋਵਿਗਿਆਨਿਕ ਆ, ਉਹ ਸਾਡੇ ਵਾਸਤੇ ਬਹੁਤ ਇੰਟਰਸਟਿੰਗ ਹੈ, ਕਿਉਂਕਿ ਉਹਨਾਂ ਦੀਆਂ ਆਦਤਾਂ ਵੀ ਔਰ ਲਾਈਕਸ ਔਰ ਡਿਸਲਾਈਕਸ ਵੀ ਬਿਲਕੁਲ ਇੱਕੋ ਵਰਗੀਆਂ। ਤੇ ਫ੍ਰੈਟਰਨਲ ਟਵਿਨਸ ਤੇ ਮੋਰ ਔਰ ਲੈਸ ਭੈਣ ਭਰਾ ਜਿੱਦਾਂ ਹੁੰਦੇ ਆ, ਪਰ ਥੋੜੇ ਕਲੋਜ਼ ਜ਼ਿਆਦਾ ਹੁੰਦੇ ਆ, ਕਿਉਂਕਿ ਸੇਮ ਏਜ ਗਰੁੱਪ ਹੈ ਭੈਣ ਭਰਾਵਾਂ 'ਚ, ਫਿਰ ਵੀ 2-3 ਸਾਲ ਦਾ ਫਰਕ ਹੁੰਦਾ ਹੈ। ਇਹ ਬਿਲਕੁਲ ਇੱਕ ਟਾਈਮ ਤੇ ਇੱਕੋ ਵਰਗਾ ਸਭ ਕੁਝ ਕਰ ਰਹੇ ਹੈ, ਤੇ ਇਸ ਕਰਕੇ ਉਹਨਾਂ ਦੀ ਕਲੋਜ਼ਨੈਸ ਔਰ ਸਿਮਿਲੈਰਿਟੀ ਆ। ਇੱਕ ਬੱਚਾ ਮੈਨੂੰ ਦੱਸ ਰਿਹਾ ਸੀ, ਕਹਿੰਦਾ ਕਿ 3rd ਕਲਾਸ ਦੇ ਵਿੱਚ, ਹੁਣ ਤਾਂ ਵੱਡਾ ਹੋ ਚੁੱਕਿਆ, ਉਹ ਕਹਿੰਦਾ ਕਿ 3rd ਕਲਾਸ ਦੇ ਵਿੱਚ ਮੇਰੇ ਵੰਡੇ ਦੀਆਂ ਗਾਲਾਂ ਮੈਮ ਨੇ ਮੇਰੇ ਭਰਾ ਨੂੰ ਦਿੱਤੀਆਂ। ਹਾਂ, ਔਰ ਕਈ ਵਾਰੀ ਅਸੀਂ ਇਹ ਵੀ ਦੇਖਿਆ ਸਕੂਲ 'ਚ ਕਿ ਇੱਕ ਸ਼ਰਾਰਤ ਕਰਕੇ ਆਪ ਭੱਜ ਜਾਂਦਾ ਹੈ ਔਰ ਦੂਜਾ ਫਸ ਜਾਂਦਾ ਹੈ। ਇਹ ਮਸਤੀਆਂ ਹੋਰ ਇੱਦਾਂ ਦੀਆਂ, ਕਿਉਂਕਿ ਕਈ ਵਾਰੀ ਇੱਦਾਂ ਹੋਇਆ ਕਿ ਬਾਅਦ 'ਚੋਂ ਕਹਿ ਰਿਹਾ ਮੈਂ ਤਾਂ ਸੀਗਾ ਹੀ ਨਹੀਂ ਉੱਥੇ, ਤੇ ਟੀਚਰ ਕਹਿ ਰਿਹਾ ਨਹੀਂ ਇਹੀ ਸੀਗਾ। ਸੋ ਇੱਦਾਂ ਦੀ ਚੀਜ਼ਾਂ ਵੀ ਦੇਖਣ ਨੂੰ ਸਾਹਮਣੇ ਆਉਂਦੀਆਂ। ਤੁਹਾਡੀ ਪਰਮਿਸ਼ਨ ਹੋਵੇ ਬਾਕੀ ਟੀਚਰ ਸਾਹਿਬਾਨ। ਹਾਂਜੀ, ਹੋਰ ਤੁਸੀਂ ਇਹਨਾਂ ਦੀਆਂ ਮਸਤੀਆਂ ਬਾਰੇ ਮੈਨੂੰ ਜ਼ਰੂਰ ਦੱਸੋ। ਸਰ ਜਿੱਥੇ ਤੱਕ ਮੈਂ ਇੱਕ 2 ਸਿਸਟਰਸ ਨੂੰ ਪੜ੍ਹਾਇਆ ਹੈ, ਉਹ ਬਿਲਕੁਲ ਇੱਕੋ ਜਿਹਾ ਹੀ ਕੰਮ ਕਰਦੀਆਂ ਸੀ। ਈਵਨ ਉਹਨਾਂ ਦੀ ਰਾਈਟਿੰਗ ਵੀ ਸੇਮ ਹੀ ਸੀ। ਹਾਂ, ਉਹ ਭੂਮਿਕਾ ਔਰ ਤਾਨਿਆ, ਦੋਨਾਂ ਦੀ ਰਾਈਟਿੰਗ ਵੀ ਸੇਮ। ਹੁਣ ਅੱਜ ਉਹ +2 ਵਿੱਚ ਹੋ ਚੁੱਕੇ ਹੈ ਔਰ ਦੋਨਾਂ ਦਾ ਬੋਲਣ ਦਾ, ਗੱਲ ਕਰਨ ਦਾ ਤਰੀਕਾ ਵੀ ਸੇਮ ਹੈ। ਹਾਂਜੀ, ਭੂਮਿਕਾ ਸੋ ਇਹਨਾਂ ਦੀ ਗੱਲ ਕਰ ਰਹੇ ਸੀ ਤੁਸੀਂ? ਜੀ, ਮੈਂ ਇਹਨਾਂ ਦੀ ਗੱਲ ਕਰੀ ਸੀ। ਭੂਮਿਕਾ ਔਰ ਤਾਨਿਆ ਦੋਨਾਂ ਦੀ ਰਾਈਟਿੰਗ ਵੀ ਸੇਮ, ਜਿੱਦਾਂ ਤੁਸੀਂ ਦੇਖ ਹੀ ਰਹੇ ਹੋ, ਦੋਨੋਂ ਹਮਸ਼ਕਲ ਹੈ, ਬਿਲਕੁਲ ਡਿਟੋ, ਔਰ ਕਾਪੀ ਵੀ ਇੱਕੋ ਜਿਹੀ ਬਣਾਉਂਦੇ। ਦੋਨਾਂ ਦੀ ਕਾਪੀ ਵੀ ਇੱਕੋ ਜਿਹੀ ਹੀ, ਕਵਰ ਵੀ ਈਵਨ ਇੱਕੋ ਜਿਹਾ ਹੀ ਕਾਪੀ ਤੇ ਚੜਾਉਂਦੇ। ਦੋਨੋਂ ਆਪਣਾ ਮਤਲਬ ਜੋ ਵੀ ਕੰਮ ਕਰਦੇ ਸੇਮ ਇੱਕ ਤਰੀਕੇ ਦਾ ਕਰਦੇ। ਜਿੱਦਾਂ ਕਿ ਤੁਸੀਂ ਕਹਿ ਹੀ ਰਹੇ ਸੀ, ਦੋਨਾਂ ਦੀ ਸੋਚ ਆਇਡੈਂਟੀਕਲ ਟਵਿਨਸ ਦੀ ਸੇਮ ਹੁੰਦੀ ਹੈ, ਉਸ ਤਰ੍ਹਾਂ ਹੀ ਮੈਨੂੰ ਵੀ ਇਹਨਾਂ ਵਿੱਚ ਇਹੀ ਨੋਟਿਸ ਕਰਨ ਨੂੰ ਮਿਲਿਆ। ਤੁਹਾਡੇ ਜਿਹੜੇ ਥੋਟ ਪ੍ਰੋਸੈਸ ਆ ਸੇਮ ਹੈ, ਤੁਹਾਡੀਆਂ ਹੈਬਿट्स, ਤੁਹਾਡੀ पसंद? हाँ जी, यस कह सकते हैं, बट ऑलमोस्ट हमारे पॉइंट ऑफ व्यू थोड़े से डिफरेंट होते हैं एज़ कम्पेयर टू मी। मतलब इसके ज़्यादा पॉइंट ऑफ व्यू कभी कभी स्ट्रॉन्ग होते हैं, कभी कभी मेरे स्ट्रॉन्ग होते हैं, लाइक दिस। ਇਹ ਜਿਹੜੀਆਂ ਤੁਹਾਡੀ ਚੁਆਇਸ ਹੈ, ਤੁਹਾਡੀ ਪਸੰਦ ਹੈ, ਉਹ ਮੈਚ ਕਰਦੀ ਹੈ ਖਾਣੇ ਨੂੰ ਲੈ ਕੇ, ਕੋਈ ਹੋਰ ਚੀਜ਼ਾਂ ਨੂੰ ਲੈ ਕੇ, ਹੌਬੀਜ਼ ਹੋਣ? नो, हमारी चॉइस प्रॉपर डिफरेंट है। लाइक इसे कुछ और पसंद होता है और मेरे को कुछ और पसंद है। ये राइस नहीं खाती है, इवन आई लव राइस। तो हमारी बहुत डिफरेंट चॉइसेस हैं। यस। अच्छा, मैं बाकी बच्चों से भी पूछ रहा था, कभी ये हुआ कि इस जो हम शक्ल होने का फ़ायदा उठाया? नहीं, कभी नहीं उड़ाया। यस श्योर, कम उठाया। तो कभी ये हुआ कि आपको किसी और की किसी को फेवर मिलना हो, वो एक दूसरे को किसी का एडवांटेज मिल गया हो, या फिर कहीं किसी को किसी की गालियाँ सुनने को मिल गया? नहीं नहीं, अगर पापा मतलब पेरेंट्स ने अगर प्यार किया तो दोनों को इक्वली किया है, और अगर डांट दिया तो इक्वली दिया है। मतलब कभी भी डिफरेंस नहीं किया हम दोनों में, एंड दैट्स इट। यस। मेरा नाम प्रीति चौधरी। ਤੁਹਾਡਾ ਇਹਨਾਂ ਟਵਿਨਸ ਦੇ ਨਾਲ ਇੰਨੇ ਬੱਚੇ ਨੇ ਤੁਹਾਡੇ ਸਕੂਲ ਦੇ ਵਿੱਚ, ਕੋਈ ਐਕਸਪੀਰੀਅੰਸ ਹੋਵੇ? ਹਾਂਜੀ, ਜਿੱਦਾਂ ਇਹ ਦੋਨੋਂ ਸਿਸਟਰਸ ਇਹਨਾਂ ਨੂੰ ਪੜਾਇਆ ਹੋਇਆ ਹੈ, ਤੇ ਕਾਫੀ ਸਾਲ ਦਾ ਟਾਈਮ ਬੀਤ ਗਿਆ, ਪਰ ਮੈਨੂੰ ਡਿਫਰੈਂਸ਼ੀਏਟ ਨਹੀਂ ਕਰਨਾ ਆ ਰਿਹਾ ਸੀਗਾ। ਤੇ ਥੋੜਾ ਜਿਹਾ ਇਹਨਾਂ ਦਾ ਚੋਇਸਿਸ ਅਲੱਗ ਹੈ, ਜਿੱਦਾਂ ਉਹਨਾਂ ਨੇ ਸਬਜੈਕਟਸ ਅਲੱਗ-ਅਲੱਗ ਲਿੱਤੇ, ਤੇ ਇੱਕ ਤਰ੍ਹਾਂ ਨਾਲ ਇੱਕ ਹੁੰਦੇ ਤਾਂ ਕੁਦਰਤ ਦਾ ਕਰਿਸ਼ਮਾ ਹੈ ਟਵਿਨਸ, ਪਰ ਫੇਸਿਸ ਵੀ ਕਈ ਵਾਰ ਸਿਮਿਲਰ ਹੁੰਦੇ, ਪਰ ਕਈ ਵਾਰ ਟੇਸਟ, ਬਿਹੇਵੀਅਰ ਤੇ ਐਪਟੀਟਿਊਡਸ ਵਗੈਰਾ ਉਹ ਥੋੜੇ ਡਿਫਰੈਂਟ ਹੋ ਜਾਂਦੇ ਹੈ। ਅੱਜ ਜਿੱਦਾਂ ਇਹਨਾਂ ਨੇ ਹੁਣ +1 ਚ ਡਿਫਰੈਂਟ ਸਬਜੈਕਟਸ ਹੋਊਗਾ ਇਹ ਵੀ। ਚਲੋ ਆਪਾਂ ਤੁਹਾਡੇ ਫੇਵਰੇਟ ਦਾ ਪਤਾ ਕਰ ਲੈਣਾ। ਤੁਹਾਡੀ ਫੇਵਰੇਟ ਟੀਚਰ ਕੌਣ ਹੈ? फेवरेट टीचर मैम प्रीति चौधरी। ਮੈਮ ਕੋਲ ਖੜੇ। नहीं, शी इज़ सो फ्रैंक एंड मैम ना किसी भी टाइप ਦੀ ਆਪਾਂ ਗੱਲ ਸ਼ੇਅਰ ਕਰ ਸਕਦੇ ਹਾਂ ਐਂਡ ਐਨੀ ਟਾਈਮ। ਤੁਹਾਡੇ? मेरे जतिंदर मैम साढ़े 10th स्टैंडर्ड ਦੇ ਕਲਾਸ ਟੀਚਰ ਸੀਗੇ। ਜਿਨ੍ਹਾਂ ਦੀ ਤਾਂ ਪਸੰਦ ਮਿਲ ਗਈ। डिफरेंट है, 100% डिफरेंट है। मेरा नाम परमजीत कौर कालो है और मैं सब्जेक्ट पंजाबी टीचर है। हाँ, मेरे को सिक्स ਤੁਸੀਂ ਵੀ ਮੈਨੂੰ ਕੋਈ ਆਪਣੇ ਜਿਹੜਾ ਐਕਸਪੀਰੀਅੰਸ ਦੇ ਜਿਹੜੇ ਬੱਚਿਆਂ ਦੇ ਨਾਲ ਮਿਲਵਾ? 2 ਲੜਕੀਆਂ ਜਿਸ ਤਰ੍ਹਾਂ ਮੈਂ ਕਾਫੀ ਵੈਸੇ ਟਵਿਨਸ ਨੂੰ ਪੜਾਇਆ ਹੋਇਆ। ਮੈਂ ਅੱਜ ਦੇਖ ਰਹੀ ਪਈ ਹਾਂ, ਮੈਨੂੰ ਸਾਰੇ ਯਾਦ ਆ ਗਿਆ ਕਿ ਹਾਂ ਵੀ ਬੱਚੇ ਮੇਰੇ ਕੋਲ ਪੜ੍ਹੇ ਵੀ ਬੱਚੇ। हाँ श्योर। इधर 2 बच्चे
ਅੱਛਾ ਹਾਂ ਦੋਨੋਂ ਪੜ੍ਹੇ ਹੋਏ ਨੇ 4th ਕਲਾਸ ਵਿੱਚ ਇਹਨਾਂ ਨੂੰ ਪੜ੍ਹਾਇਆ ਹੋਇਆ ਹਾਂ ਤੁਸੀਂ ਬੇਟਾ ਆਪਣਾ ਨਾਮ ਦੱਸੋ ਮਨਮੀਤ अवनीत ਦੋਵਾਂ ਚੋਂ ਜ਼ਿਆਦਾ ਸ਼ਰਾਰਤੀ ਕੌਣ मैं ਇਹ ਚੁੱਪਚਾਪ ਬੈਠਾ ਰਹਿੰਦਾ ਹੁੰਦਾ ਸੀ ਇਹ ਨਹੀਂ ਸੀ ਜ਼ਿਆਦਾ ਸ਼ਰਾਰਤ ਕਰਦਾ ਨਹੀਂ ਪੜਾਇਆ ਹੋਇਆ ਤੁਸੀਂ ਹਾਂ ਇਹਨਾਂ ਦੋਨਾਂ ਨੂੰ ਵੀ ਪੜ੍ਹਾਇਆ ਹੋਇਆ ਮੈਂ ਤੇ ਇਹਨਾਂ ਦੇ ਇਸ ਤਰ੍ਹਾਂ ਹੁੰਦਾ ਸੀ ਕਿ ਇਹਨਾਂ ਨੋਟਬੁੱਕ ਜੋ ਚੈੱਕ ਕਰਾਉਣੀ ਆ ਨਾ ਮੇਰੇ ਕੋਲ ਆਣਾ ਤੇ ਇੱਕ ਨੇ ਕਰਵਾ ਲਈ ਦੂਜੇ ਤੂੰ ਹੁਣੇ ਤੇ ਚੈੱਕ ਕਰਵਾ ਕੇ ਗਈ ਆ ਮੇਰੇ ਕੋਲ ਤੂੰ ਫਿਰ ਦੁਬਾਰਾ ਆ ਗਈ ਆ ਉਹਨੇ ਕਹਿਣਾ ਮੈਮ ਮੈਂ ਨਹੀਂ ਦੂਸਰੀ ਲਈ ਆਈ ਸੀ ਤੇ ਕਦੀ ਕਦੀ ਹੁੰਦਾ ਸੀ ਇੱਕ ਨੇ ਕੰਮ ਕੰਪਲੀਟ ਕੀਤਾ ਹੁੰਦਾ ਸੀ ਦੂਸਰੇ ਦਾ ਨਹੀਂ ਸੀ ਹੁੰਦਾ ਤੇ ਮੈਂ ਤਾਂ ਵੀ ਦੂਸਰੇ ਨੂੰ ਡਾਂਟ ਦੇਣਾ ਐਸੇ ਤਰ੍ਹਾਂ ਦੋ ਬੱਚੇ ਹੋਰੇ ਸੁਖਰਾਜ ਔਰ ਦਿਲਰਾਜ ਇਸੇ ਕਰਕੇ ਤੁਸੀਂ ਹੁਣ ਅਲੱਗ-ਅਲੱਗ ਮੈਮ ਦੱਸ ਰਹੀ ਸੀ ਕਿ ਸੈਕਸ਼ਨ ਹੁਣ ਅਲੱਗ-ਅਲੱਗ ਹੋਏ ਪਏ ਹਾਂਜੀ ਹੁਣ ਜਿਸ ਤਰ੍ਹਾਂ ਇਹ ਵੀ ਬੱਚਾ ਮੇਰੇ ਕੋਲ ਪੜ੍ਹ ਰਿਹਾ ਹੈ ਇਸ ਟਾਈਮ 4th B ਵਿੱਚ ਹੈ ਦੂਸਰਾ ਨਹੀਂ ਪੜ੍ਹ ਰਿਹਾ ਦੂਸਰੇ ਸੈਕਸ਼ਨ ਵਿੱਚ ਹੈ ਇਹਨਾਂ ਸੈਕਸ਼ਨ ਅਲੱਗ ਕਰ ਦਿੱਤੇ ਗਏ ਨੇ ਉਹ ਬੱਚਿਆਂ ਦੇ ਅੱਛਾ ਇਹਨਾਂ ਦੇ ਪੇਰੈਂਟਸ ਤੁਹਾਡੇ ਕੋਲੇ ਆਉਂਦੇ ਹੋਣਗੇ ਉਹਨਾਂ ਦੇ ਕੋਲੇ ਜਦੋਂ ਦੱਸ ਦਿੰਦੇ ਤੁਹਾਨੂੰ ਇਹਨਾਂ ਬਾਰੇ ਕੁਝ ਹੋਰ ਇਹਨਾਂ ਦੇ ਜਿਹੜੇ ਇੰਟਰਸਟਿੰਗ ਫੈਕਟਸ ਹੋਣ ਨਹੀਂ ਐਸਾ ਸੱਚ ਕੁਝ ਨਹੀਂ ਇਸ ਤਰ੍ਹਾਂ ਵੈਸੇ ਮਿਲਦੇ ਸੀ ਆਣ ਕੇ ਪੁੱਛਦੇ ਸੀ ਹਾਂਜੀ ਕਿ ਮੈਮ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਤੁਹਾਨੂੰ ਕੰਮ ਬੱਚੇ ਅੱਛਾ ਕਰ ਰਹੇ ਨੇ ਤੇ ਨੋ ਡਾਊਟ ਬਹੁਤ ਅੱਛਾ ਕੰਮ ਕਰਦੇ ਸੀ ਬੱਚੇ ਲਈ ਅੱਛਾ ਮੈਂ ਜਾਉਂ ਰਾਜ ਸੁਖਰਾਜ ਨੇ ਉਹਨਾਂ ਚੋਂ ਇੱਕ ਬੱਚਾ ਭੋਲਾ ਰਾਜ ਐਂਡ ਦਿਲਰਾਜ ਇਹਨਾਂ ਨੂੰ ਮੈਂ ਪੜਾਇਆ ਸੁਖਰਾਜ ਹਾਂ ਤੇ ਦਿਲਰਾਜ ਇਹਨਾਂ ਦੋਨਾਂ ਇਹਨਾਂ ਦੀ ਥੋੜੀ ਸ਼ਕਲ ਵੀ ਘੱਟ ਮਿਲਦੀ ਹੈ ਹਾਂ ਇਹਨਾਂ ਦੀ ਦੋਨੋਂ ਦੀ ਘੱਟ ਮਿਲਦੀ ਹੈ ਇਹਨਾਂ ਵਿੱਚ ਇੱਕ ਸੀ ਕਿ ਇੱਕ ਮਤਲਬ ਇੱਕ ਬੱਚਾ ਥੋੜਾ ਜਿਹਾ ਨੌਟੀ ਹੈ ਔਰ ਇੱਕ ਥੋੜਾ ਜਿਹਾ ਸੰਸੇਰ ਆ ਤੇ ਕਦੀ ਕਦੀ ਜਿਸ ਤਰ੍ਹਾਂ ਇੱਕ ਨੇ ਚੁੱਪ ਕਰਕੇ ਬੈਠੇ ਰਹਿਣਾ ਆਪਣਾ ਕੰਮ ਕਰ ਲੈਣਾ ਦੂਸਰੇ ਨੇ ਥੋੜੀ ਸ਼ਰਾਰਤ ਗੱਲਾਂ ਕਰੀ ਜਾਣੀ ਦੂਸਰੇ ਬੱਚੇ ਦੇ ਨਾਲ ਬੈਠੇ ਫਿਰ ਮੈਂ ਇਹਨਾਂ ਨੂੰ ਰੋਕਣਾ ਕਿ ਨਹੀਂ ਫਿਰ ਮੈਂ ਖੁਦ ਕਨਫਿਊਜ਼ ਹੋ ਜਾਣਾ ਕਿ ਹਾਂ ਇਹ ਬੱਚਾ ਬੋਲ ਰਿਹਾ ਵਾ ਜਾਂ ਇਹ ਬੱਚਾ ਬੋਲ ਰਿਹਾ ਹੈ ਔਰ ਇਹਨਾਂ ਦੋਨਾਂ ਚੋਂ ਇੱਕ ਬੱਚੇ ਦੀ ਹੈਂਡਰਾਈਟਿੰਗ ਵੀ ਬਹੁਤ ਸੋਹਣੀ ਹੈ ਆਈ ਥਿੰਕ ਹੈ ਨਾ ਹੈਂਡਰਾਈਟਿੰਗ ਬਹੁਤ ਸੋਹਣੀ ਔਰ ਦੋਨਾਂ ਨੂੰ ਮੈਂ ਗੁੱਡ ਸਟਾਰ ਦਿੰਦੀ ਹੁੰਦੀ ਇੱਕ ਨੂੰ ਕਹਿਣਾ ਤੂੰ ਵੀ ਆਪਣੀ ਹੈਂਡਰਾਈਟਿੰਗ ਸੁਧਾਰ ਲਾ ਵੀ ਤੇਰੀ ਵੀ ਵਧੀਆ ਹੋ ਜਾਏ ਜਿਸ ਤਰ੍ਹਾਂ ਛੋਟੇ ਹੁੰਦੇ ਹੋਣਗੇ ਉਦੋਂ ਮੈਨੂੰ ਲੱਗਦਾ ਇਹਨਾਂ ਦੀ ਸ਼ਕਲ ਜ਼ਿਆਦਾ ਮਿਲਦੀ ਉਦੋਂ ਜ਼ਿਆਦਾ ਮਿਲਦੀ ਸੀ ਸੱਚੀ ਹਾਂ ਹੁਣ ਜਿਉਂ ਤੁਹਾਡੇ ਵੱਡੇ ਬੱਚੇ ਹੋ ਰਹੇ ਨੇ ਤੇ ਉਦੋਂ ਤਿਉਂ ਫਰਕ ਪੈਂਦਾ ਰਿਹਾ ਹੁਣ ਜਿਸ ਤਰ੍ਹਾਂ ਇਹ ਦੋ ਬੱਚੇ ਨੇ ਅਫਰੀਨ ਐਂਡ ਇਹ ਤਿੰਨ ਨੇ ਇਹ ਤਿੰਨੋਂ ਨੇ ਪੜ੍ਹੇ ਮੇਰੇ ਕੋਲ ਦੋ ਪੜ੍ਹੇ ਹਨਾ ਇਹ ਤਾਂ ਇੱਕ ਕਲਾਸ ਛੋਟਾ ਇੱਕ ਦੋਨੋਂ ਇੱਕੋ ਕਲਾਸ ਵਿੱਚ ਸੀ ਇਹ ਵੀ ਸੈਕਿੰਡ ਏਜ ਮੈਂ ਇਹਨਾਂ ਨੂੰ ਪੜ੍ਹਾਇਆ ਸੀ ਦੋਨਾਂ ਨੂੰ ਤੇ ਇਹਨਾਂ ਵਾਰੀ ਵੀ ਮੈਂ ਬੜੀ ਕਨਫਿਊਜ਼ ਮੈਨੂੰ ਨਾਮ ਦੀ ਬੜੀ ਕਨਫਿਊਜ਼ਨ ਰਹਿੰਦੀ ਸੀ ਮੈਂ ਕਦੀ ਅਫਰੀਨ ਨੂੰ ਆਵਾਜ਼ ਕਦੀ ਅਮਰੀਨ ਨੂੰ ਆਵਾਜ਼ ਮਾਰਨੀ ਫਿਰ ਮੈਂ ਕਿਹਾ ਅੱਛਾ ਤੈਨੂੰ ਬੁਲਾਇਆ ਸੀ ਮੈਂ ਉਦੋਂ ਥੋੜਾ ਜਿਹਾ ਬੱਚਿਆਂ ਦਾ ਲੱਗਦਾ ਸੀ ਕਿ ਹਾਂ ਬਹੁਤ ਸ਼ਕਲਾਂ ਮਿਲਦੀਆਂ ਨੇ ਤੇ ਬੜਾ ਅੱਛਾ ਲੱਗਦਾ ਬੜਾ ਵਧੀਆ ਪੜਾਉਣਾ ਲੱਗਦਾ ਬੜੀ ਖੁਸ਼ੀ ਮਿਲਦੀ ਸਾਰਿਆਂ ਨੂੰ ਪੜ੍ਹਾ ਕੇ ਹਾਂ सांची अच्छा कौन सी क्लास में 10th सान्या 10th आप भी 10th में अच्छा तो मुझे ये बताओ कि आप दोनों की कौन सी चीज़ें सिमिलर हैं और कौन सी बिल्कुल ऑपोजिट सिमिलर हैबिट्स नॉट टू सो सभी डिफरेंट हैं सेम डिफरेंट थिंकिंग भी यस तो आपकी हॉबीज़ क्या है माय हॉबीज स्टडीज पेंटिंग डांसिंग जस्ट नॉर्मल स्टडी पेंटिंग डांसिंग सेम तो है अरे मतलब कॉमन ही है ये अच्छा तो क्या डिफरेंट आपको गाने कैसे पसंद है नहीं हिंदी 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 सेम ही है ये भी सेम हिंदी डिफरेंट सर कुछ खास ऐसा कुछ नहीं है थॉट्स थिंकिंग ओपिनियंस ये डिफरेंट है यस तो लड़ाई खूब होती होगी नॉट सो साथ ही पढ़ते हैं यस ज़्यादा होशियार कौन है ये तो घर पे मम्मी पापा भी कंफ्यूज होते हैं अब नहीं होते कभी कभी हो जाते हैं समटाइम्स मैं जब पीछे खड़ी होती हूँ तो कंफ्यूज हो जाता है कौन खड़ी है किसी की गालियाँ किसी को पड़ी हैं गालियाँ नहीं नहीं ऐसा कुछ नहीं हुआ अभी तक तो नहीं हुआ आगे भी नहीं होगा अच्छा आपका अच्छा आप दोनों बहन भाई हो मार्टिन अच्छा आपका कैलिना कॉल अच्छा आपका एलिना कॉल आप तीनों बहन भाई हो हैं? ये दोनों आपकी बहनें ਆਪਣੇ ਬੰਦੇ ਦੀਆਂ ਗਾਲਾਂ ਕਿਸੇ ਹੋਰ ਦੇ ਪਵਾਤੀਆਂ ਹੁਣ ਐ ਹੋਇਆ ਕਦੇ ਇਹਨੇ ਪਵਾਈਆ ਸੀਗਾ ਮੈਂ 3rd 'ਚ ਮੈਮ ਨਾ ਇਹਨੂੰ ਪੜ੍ਹਾ ਰਹੇ ਸੀਗੇ ਇਹ ਕਲਾਸ 'ਚ ਬੈਠਾ ਸੀਗਾ ਤੇ ਮੈਮ ਬਾਹਰ ਆਏ ਤੇ ਮੈਮ ਨੇ ਮੈਨੂੰ ਦੇਖਿਆ ਤੇ ਮੈਮ ਕਹਿੰਦੇ ਤੂੰ ਬਾਹਰ क्यों खड़ा था मैम ने मेरे चपेड़ा मार दिया तो बाद में कहा मैम ये अंदर बैठा है मैम ने कहा कि ये तो अंदर बैठा है सॉरी मैं कहा सॉरी का क्या फ़ायदा ਇੱਕ ਨੰਬਰ ਮੈਂ ਮੰਨ ਲਓ 1 ਤੋਂ ਲੈ ਕੇ 10 ਤੱਕ ਨੰਬਰ ਸੋਚਣਾ ਹੈ ਇਹ ਮੇਰੇ ਕੰਨ 'ਚ ਦੱਸੂਗਾ ਤੁਸੀਂ ਬਾਅਦ 'ਚ ਤੁਸੀਂ ਦੱਸਣਾ ਹੈ पता नहीं ਕਰੀ ਕੀਤਾ ਕੀ ਪਤਾ ਸੋਚਦੇ ਹੋ ਸੇਮ ਕਰਕੇ ਦੇਖ ਲੈਂਦੇ ਆ ਚਲੋ ਸੋਚ ਲਿਆ ਤੁਸੀਂ ਵੀ ਸੋਚ ਲਿਆ ਪੈਨ ਹੈਗਾ ਇੱਕ ਪੇਜ ਤੇ ਲਿਖੋ ਉਧਰ
ਸੋਚਦੇ ਵੀ ਸੇਮ ਹੁੰਦੇ ਨੇ ਟਵਿਨਸ? ਚਲੋ ਆ ਤੁਸੀਂ ਲਿਖ ਦਿਓ ਜੀ। ਲੈ ਜੀ ਸੇਮ ਹੀ ਸੋਚਦੇ ਨੇ ਮੁੰਡੇ। ਆ ਦੇਖੋ ਇੱਧਰ ਤੁਹਾਡਾ ਕੀ ਨਾਮ ਹੈ? ਗੁਰਜਾਬ ਨੇ 5 ਲਿਖਿਆ। ਇੱਧਰ ਤੁਹਾਡਾ? ਹਰਜਾਬ। ਹਰਜਾਬ ਨੇ ਵੀ 5 ਲਿਖਿਆ। ਤੁਸੀਂ ਤਾਂ ਸੋਚਦੇ ਵੀ ਸੇਮ ਹੋ ਜੀ। ਕੋਈ ਲੱਕੀ ਨੰਬਰ ਹੈ 5 ਤੁਹਾਡੇ? ਨਹੀਂ ਨਹੀਂ, ਇਹ ਸੋਚਦੇ ਸੀ ਮੰਨਦੇ ਹੀ ਆਪੇ ਹੀ। ਇੱਕ ਵਾਰ ਫਿਰ ਟੈਸਟ ਕਰੀਏ, ਅਲਫਾਬੈਟ ਚੋਂ ਕਰੀਏ? ਹਾਂਜੀ ਕਰਕੇ ਦੇਖੀਏ। ਹਾਂਜੀ। ਵੈਸੇ ਪ੍ਰੋਬੇਬਿਲਿਟੀ ਹੁਣ ਜ਼ਿਆਦਾ ਹੋ ਜੂਗੀ। ਚੱਲ ਫਿਰ ਵੀ ਆਪਾਂ ਕਰਕੇ ਦੇਖਦੇ ਹਾਂ। A ਤੋਂ ਲੈ ਕੇ Z ਤੱਕ ਕੁਝ ਵੀ ਲਿਖ। ਠੀਕ ਹੈ। ਪ੍ਰੈਸ਼ਰ ਵੱਧ ਗਿਆ ਬਹੁਤ। ਥੋੜਾ ਫਰਕ ਰਹੇਗਾ ਥੋੜਾ। ਹਾਂਜੀ ਕਦੀ ਕਦੀ ਪੱਕਾ ਨਹੀਂ। ਪਹਿਲਾਂ ਦੱਸਿਆ ਤਾਂ ਨਹੀਂ ਸੀ ਮੈਂ 5 ਲਿਖੇ? ਨਹੀਂ 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 ਦੱਸਿਆ ਜੀ। ਥੈਂਕ ਆਹਾ ਇਧਰ ਆਓ। ਕੀ ਨਾਮ ਹੈ? रोहन। ਰੋਹਨ। ਤੁਹਾਡਾ? रोहित सेठ। ਰੋਹਿਤ। ਰੋਹਿਤ ਤੇ ਰੋਹਨ। ਰੋਹਨ ਜਾਣ ਕੇ ਕਰਾਏ ਨੇ ਬਾਲ ਵੀ ਪਛਾਣਿਆ ਜੀ? नहीं सर, ये नेचुरल है, बाई बर्थ है मेरे। ਦੋਵਾਂ ਚ ਸ਼ਰਾਰਤੀ ਕੌਣ ਹੈ ਜ਼ਿਆਦਾ? वैसे तो मैं ही हूँ। हाँ जी। ਅੱਛਾ ਮੈਂ ਬਾਕੀ ਸਾਰਿਆਂ ਨੂੰ ਇਹ ਸਵਾਲ ਪੁੱਛਣਾ ਹੈ ਵੀ ਤੁਹਾਡੀਆਂ ਆਦਤਾਂ ਮਿਲਦੀਆਂ ਨੇ, ਸੋਚ ਮਿਲਦੀ ਹੈ? हाँ जी, मिलती थोड़ी बहुत मिलती है। ਸੇਮ ਸੋਚਦੇ ਹੋ? मिलती तो है शरारतों में, वैसे तो नहीं। तुम्हारी हॉबीज क्या है? ज़्यादातर बैठे रहते हैं, घर के काम। फेवरेट डिश केड़ी है? फास्ट फूड ही है, वैसे तो पिज़्ज़ा। सर पिज़्ज़ा ही है। सेम ही हैबिट्स हैं? सेम सेम ही पसंद है? सेम ही पसंद। गाला पोइया नहीं कदे एक दूजे दे पिंडे दी? वैसे थोड़ा मैं इधर करके इकट्ठी ही पड़ती, दोनों में पड़ती है। चला गाना इकट्ठे करते हैं तो डांट भी इकट्ठी पड़ती है। लड़ाई होती है बहुत। ਸੋ ਦੋਸਤੋ ਹੁਣ ਉਰੇ ਜਿਹੜੇ ਟ੍ਰਿਪਲੇਟਸ ਵੀ ਹੈਗੇ ਨੇ, 3 ਜਿਹੜੇ ਜਿਹੜੇ ਇੱਕੋ ਟਾਈਮ ਤੇ ਪੈਦਾ ਹੋਏ ਹੋ? ਹਾਂਜੀ। कुंवर कुंवर आफरीन आफरीन अमरीन। ਤੇ ਤਿੰਨਾਂ ਚ ਜ਼ਿਆਦਾ ਸ਼ਰਾਰਤੀ ਕੌਣ ਹੈ? मैं हाँ जी। ਥੋੜੀ ਦਿਨਾਂ ਦੀ ਤਾਂ ਵੈਸੇ ਸ਼ਕਲਾਂ ਮਿਲਦੀਆਂ ਨਹੀਂ, ਸੋਚ ਮਿਲਦੀ ਹੈ? नहीं ਨਹੀਂ। ਆਦਤਾਂ? कुछ कुछ जैसे कि हॉबीज़, हमारी हॉबीज़ सेम है। हाँ जी। ਹਾਂਜੀ ਕੀ ਨਾਮ ਹੈ? मानस। मानसी। ਮਾਨਸ ਤੇ ਮਾਨਸੀ। ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੀਆਂ ਚਲੋ ਇਹ ਆਦਤਾਂ ਤੇ ਤੁਹਾਡੀਆਂ ਜਿਹੜੀਆਂ ਹੈਬਿਟਸ ਨੇ ਜਾਂ ਫਿਰ ਤੁਹਾਡੀ ਸੋਚ, ਤੁਹਾਡੀ ਪਸੰਦ ਮਿਲਦੀ ਹੈ? नहीं मिलती नहीं मिलती। बिल्कुल ऑपोजिट? थोड़ी थोड़ी। हाँ जी, जैसे पढ़ाई, कम। मुझे ये बताओ दोनों में से ज़्यादा शरारती कौन है? मुरान। मुराल है? हाँ आप क्या शरारती करते हो? टॉय से खेलते हो। अच्छा अब मुझे ये बताओ कि आपकी फेवरेट डिश कौन सी है? मेरी फेवरेट डिश मेरा पिज़्ज़ा बर्गर। आपका बर्गर, इसका पिज़्ज़ा। तो आपको कौन सी गेम खेलनी पसंद है? लूडो कैरम बोर्ड। अलग हुआ। क्या नाम है आपका? प्रीति कोहली। ਤੁਹਾਡਾ ਕੀ ਨਾਮ ਹੈ? दिविजा कोहली। ਤੇ ਤੁਸੀਂ ਇੱਕੋ ਕਲਾਸ ਚ ਦੋਵੇਂ? हाँ जी। ਕਦੇ ਇਹ ਹੋਇਆ ਕਿ ਟੀਚਰ ਤੋਂ ਡਾਂਟ ਇੱਕ ਦੂਸਰੇ ਨੂੰ ਪੈ ਗਈ? नहीं ਫਾਇਦਾ ਉਠਾਇਆ ਕਦੇ ਸੇਮ ਦਿਖਣ ਦਾ? नहीं। ਦੋਨੋਂ ਨਹੀਂ ਵੀ ਇਕੱਠੇ ਬੋਲਦੇ ਹੋ? हाँ जी। ਅੱਛਾ ਮੈਂ ਉਧਰ ਇੱਕ ਟੈਸਟ ਕੀਤਾ ਸੀਗਾ, ਉਹਨਾਂ ਦਾ ਦੇਖਿਆ ਸੀ ਕਿ ਉਹਨਾਂ ਦੀ ਸੋਚ ਕਿੰਨੀ ਮਿਲਦੀ ਹੈ। ਤੁਹਾਡੇ ਤੋਂ ਆਪਾਂ ਇੱਕ ਡਿਜਿਟ ਸੋਚਣਾ ਹੈ 1 ਤੋਂ ਲੈ ਕੇ 10 ਤੱਕ। हाँ जी। हाँ जी। ਤੁਹਾਡੇ ਸਾਰਿਆਂ ਨਾਲ ਇਹ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਾਡੇ ਸਕੂਲ 'ਚ ਇੱਕ ਅਜੂਬਾ ਜਿਹਾ ਉੱਭਰ ਕੇ ਆਇਆ ਕਿ ਸਾਡੇ ਕੋਲ 42 ਪੇਅਰਸ ਆਫ ਟਵਿਨਸ ਲਾਈਕ 84 ਬੱਚੇ ਨੇ ਜਿਹੜੇ ਟਵਿਨਸ ਨੇ ਔਰ 2 ਸੈਟ ਆਫ ਟ੍ਰਿਪਲੇਟਸ ਜਿਹੜੇ ਬੱਚੇ ਨੇ ਉਹ ਸਾਡੇ ਕੋਲ ਇਸ ਵੇਲੇ ਪੜ੍ਹ ਰਹੇ ਨੇ। ਮੈਨੂੰ ਹਮੇਸ਼ਾ ਤੋਂ ਪਤਾ ਸੀਗਾ ਕਿ ਸਾਡੇ ਸਕੂਲ 'ਚ ਬਹੁਤ ਸਾਰੇ ਟਵਿਨਸ ਔਰ ਟ੍ਰਿਪਲੇਟਸ ਦੇ 2 ਸੈਟ ਪੜ੍ਹਦੇ ਆ, ਲੇਕਿਨ ਇੰਨੇ ਸਾਰਾ ਨੰਬਰ ਹੈ ਇਹ ਦੇਖ ਕੇ ਮੈਂ ਆਪ ਹੀ ਬਹੁਤ ਜ਼ਿਆਦਾ ਔਸਟਕ ਔਰ ਅਜੂਬੇ 'ਚ ਹਾਂ ਔਰ ਪਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਔਰ ਟੀਚਰਾਂ ਨੂੰ ਵੀ ਕਿ ਅਸੀਂ ਜਦੋਂ ਇਹਨਾਂ ਬੱਚਿਆਂ ਨਾਲ ਇੰਟਰੈਕਟ ਕਰਦੇ ਹਾਂ ਕਿ ਸਾਨੂੰ ਕਿੰਨਾ ਇਹਨਾਂ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਆਈਡੈਂਟੀਕਲ ਟਵਿਨਸ ਕਿੱਦਾਂ ਇੱਕੋ ਵਰਗਾ ਸੋਚਦੇ ਆ ਔਰ ਫ੍ਰੈਟਰਨਲ ਟਵਿਨਸ ਜ਼ਿਆਦਾ ਭੈਣ ਭਰਾ ਵਰਗੇ ਹੁੰਦੇ ਆ
ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਪੇਰੈਂਟ ਦੇ ਇਸਰਾਰ ਦੇ ਬਾਵਜੂਦ ਵੀ ਅਸੀਂ ਇਹਨਾਂ ਨੂੰ ਸੈਪਰੇਟ ਸੈਕਸ਼ਨਸ ਵਿੱਚ ਪਾਈਏ ਤਾਂ ਕਿ ਇਹਨਾਂ ਦਾ ਮਾਨਸਿਕ ਔਰ ਸਮਾਜਿਕ ਵਿਕਾਸ ਅੱਛੀ ਤਰ੍ਹਾਂ ਹੋ ਪਾਏ ਔਰ ਆਪਣੇ ਟਵਿਨ ਦੇ ਇਲਾਵਾ ਇਹ ਹੋਰ ਬੱਚਿਆਂ ਨਾਲ ਵੀ ਦੋਸਤੀ ਕਰ ਪਾਉਣ ਔਰ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਇਹਨਾਂ ਦੀ ਡਿਵੈਲਪਮੈਂਟ ਹੋਏ। ਕਿਉਂਕਿ ਜਦੋਂ ਅਸੀਂ ਵੀ ਪੜ੍ਹਦੇ ਹੁੰਦੇ ਸਾਡੇ ਸਕੂਲ ਦੀ ਵੀ ਸਟਰੈਂਥ ਜਿਹੜੀ 1200 ਸੀਗੀ, ਪਰ ਉਹ ਸਕੂਲ 'ਚ ਸਿਰਫ ਇੱਕ ਜਿਹੜਾ ਪੇਅਰ ਹੁੰਦਾ ਸੀ ਟਵਿਨਸ ਦਾ, ਤੇ ਸਾਰੇ ਬੱਚਿਆਂ ਦੇ ਵਿੱਚ ਉਹ ਜਿਹੜਾ ਸੈਂਟਰ ਆਫ ਅਟਰੈਕਸ਼ਨ ਹੁੰਦਾ ਸੀਗਾ, ਪਰ ਇੱਥੇ ਇੰਨੀ ਜ਼ਿਆਦਾ। ਹਾਂਜੀ, ਸਾਡੇ ਸਕੂਲ ਦੀ 5500 ਸਟਰੈਂਥ ਹੈ ਔਰ ਉਹਦੇ ਵਿੱਚ ਇੰਨੇ ਜ਼ਿਆਦਾ ਬੱਚੇ ਜਿਹੜੇ ਉੱਭਰ ਕੇ ਆਏ ਆ, ਉਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਇੰਟਰਸਟਿੰਗ ਹੈ। ਪਰ ਮੈਨੂੰ ਲੱਗਦਾ ਸਮਾਜ ਵਿੱਚ ਕਈ ਕਾਰਨ ਇਸ ਵੇਲੇ ਟਵਿਨਸ ਔਰ ਟ੍ਰਿਪਲੇਟਸ ਦਾ ਵੀ ਜਿਹੜਾ ਨੰਬਰ ਹੈ ਉਹ ਵੱਧ ਰਿਹਾ ਹੈਗਾ ਹੈ। ਅੱਛਾ, ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸੋ ਕਿ ਹੋਰ ਕਿੰਨੇ ਕੁ ਜਿਹੜੇ ਸਕੂਲ ਦੇ ਵਿੱਚੋਂ ਜਿਹੜੇ ਪਾਸ ਆਊਟ ਹੋ ਚੁੱਕੇ ਨੇ ਟਵਿਨਸ? ਆਈ ਥਿੰਕ ਇੰਨਾ ਕੋਈ ਨੰਬਰ ਪਹਿਲੇ ਪਾਸ ਆਊਟ ਹੋ ਚੁੱਕਿਆ ਹੋਣਾ ਹੈ, ਘੱਟੋ ਘੱਟ 20-25 ਟਵਿਨਸ ਜਿਹੜੇ ਆ ਉਹ ਸਕੂਲ ਤੋਂ ਪਹਿਲੇ ਪਾਸ ਆਊਟ ਹੋ ਚੁੱਕੇ ਹੋਣੇ ਆ। ਜਦੋਂ ਇਹਨਾਂ ਦੇ ਪੇਰੈਂਟਸ ਆਉਂਦੇ ਨੇ, ਹੋਰ ਕੋਈ ਇਹਨਾਂ ਬਾਰੇ ਇੰਟਰਸਟਿੰਗ ਫੈਕਟਸ ਜਿਹੜੇ ਤੁਸੀਂ, ਚਲੋ ਸਕੂਲ ਦੇ ਵਿੱਚ ਤਾਂ ਘੱਟ ਪਤਾ ਚੱਲਦੇ ਨੇ, ਪੇਰੈਂਟਸ ਜ਼ਿਆਦਾ ਸਮਾਂ ਇਹਨਾਂ ਨਾਲ ਬਿਤਾਉਂਦੇ ਨੇ, ਕੋਈ ਹੋਰ ਤੁਹਾਨੂੰ ਇਹਨਾਂ ਬਾਰੇ? ਪੇਰੈਂਟਸ ਦਾ ਵੀ ਇਹੀ ਮੰਨਣਾ ਹੁੰਦਾ ਹੈ ਕਿ ਉਹ ਬਿਲਕੁਲ ਇੱਕ ਦੂਜੇ ਨਾਲ ਹੀ ਰਹਿਣਾ ਚਾਹੁੰਦੇ, ਕਾਫੀ ਉਹਨਾਂ ਦਾ ਜਿਹਦਾ ਬੌਂਡ ਹੈ ਨਾ ਇੱਕ ਆਮ ਭੈਣ ਭਰਾ ਨਾਲੋਂ ਜ਼ਿਆਦਾ ਸਟਰੋਂਗ ਹੁੰਦਾ ਹੈ। ਐਸੇ ਕਰਕੇ ਪੇਰੈਂਟਸ ਵੀ ਕਹਿਣਗੇ ਕਿ ਦੇ ਆਰ ਇਨਸੈਪਰੇਬਲ, ਅਸੀਂ ਇਹਨਾਂ ਨੂੰ ਸੈਪਰੇਟ ਨਹੀਂ ਕਰ ਸਕਦੇ। ਤਦੇ ਜਦੋਂ ਮੈਂ ਕਹਿੰਦੀ ਹਾਂ ਕਿ ਅਲੱਗ-ਅਲੱਗ ਸੈਕਸ਼ਨ, ਤੇ ਪੇਰੈਂਟ ਨੂੰ ਵੀ ਉਹਦੀ ਐਂਗਜ਼ਾਇਟੀ ਬੜੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਘਰ 'ਚ ਵੀ ਇੰਨਾ ਇਕੱਠਾ ਰਹਿੰਦੇ ਆ ਕਿ ਇਹਨਾਂ ਨੂੰ ਸਕੂਲ 'ਚ ਅਲੱਗ ਰਹਿ ਕੇ ਬੜਾ ਔਖਾ ਲੱਗੇਗਾ। ਸੋ ਮਤਲਬ ਅਟੈਚਮੈਂਟ ਆਮ ਜਿਹੜੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਬਿਲਕੁਲ ਸੇਮ ਏਜ ਗਰੁੱਪ ਹੋ ਗਿਆ, ਸੇਮ ਸੋਚਣੀ ਹੋ ਗਈ, ਸੇਮ ਸ਼ੌਂਕ, ਸੇਮ ਸਭ ਕੁਝ। ਔਰ ਆਇਡੈਂਟੀਕਲ ਟਵਿਨਸ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਬਿਲਕੁਲ ਜਿਨ੍ਹਾਂ ਦਾ ਜੈਨੇਟਿਕ ਸਟਰਕਚਰ ਸੇਮ ਹੈ, ਉਹ ਤੇ ਇੱਕ ਟਾਈਮ ਤੇ ਇੱਕੋ ਵਰਗਾ ਹੀ ਸੋਚ ਰਹੇ ਹੁੰਦੇ ਔਰ ਵਿਵਹਾਰ ਕਰ ਰਹੇ ਹੁੰਦੇ ਆ। ਥੈਂਕ ਯੂ ਸੋ ਮਚ ਸਮਾਂ ਦੇਣ ਦੇ ਲਈ। ਸੋ ਬੜਾ ਚੰਗਾ ਲੱਗਿਆ ਇਸ ਸਕੂਲ ਦੇ ਵਿੱਚ ਆ ਕੇ। ਮਕਸਦ ਇਹ ਸੀ ਕਿ ਤੁਹਾਨੂੰ ਦਿਖਾਇਆ ਜਾਵੇ ਕਿਉਂਕਿ ਬੜੀ ਇੰਟਰਸਟਿੰਗ ਜੀ ਗੱਲ ਹੈ, ਬੜੀ ਅਲੱਗ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਸਕੂਲ ਦੇ ਵਿੱਚ 90 ਜਿਹੜੇ ਟਵਿਨਸ ਨੇ, ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ 2 ਟ੍ਰਿਪਲੇਟਸ ਵੀ ਹੈਗੇ ਨੇ, ਉਹ ਤੁਹਾਨੂੰ ਦਿਖਾਉਣ ਦੇ ਲਈ, ਇਹਨਾਂ ਦੀਆਂ ਕਹਾਣੀਆਂ ਸੁਣਨ ਦੇ ਲਈ, ਇਹਨਾਂ ਦੀਆਂ ਮਸਤੀਆਂ ਸੁਣਨ ਦੇ ਲਈ ਅੱਜ ਇੱਥੇ ਸਕੂਲ ਦੇ ਵਿੱਚ ਪਹੁੰਚੇ ਸੀ। ਤਾਂ ਤੁਹਾਨੂੰ ਜਿਹੜੇ ਇੰਟਰਸਟਿੰਗ ਫੈਕਟਸ ਜ਼ਰੂਰ ਲੱਗੇ ਹੋਣਗੇ। ਤੁਸੀਂ ਵੀ ਸਾਨੂੰ ਆਪਣੇ ਜਿਹੜੇ ਕੀਮਤੀ ਸੁਝਾਅ ਨੇ ਜਾਂ ਤੁਹਾਡੀਆਂ ਇਹਨਾਂ ਨੂੰ ਲੈ ਕੇ ਤੁਹਾਨੂੰ ਹੋਰ ਕੀ ਗੱਲਾਂ ਜਿਹੜੀਆਂ ਚੰਗੀਆਂ ਲੱਗੀਆਂ, ਕੀ ਤੁਹਾਡੇ ਕੋਲ ਫੈਕਟਸ ਨੇ, ਉਹ ਵੀ ਤੁਸੀਂ ਸਾਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੇ ਸਕਦੇ ਹੋ। ਕੈਮਰਾਮੈਨ ਬਿੰਤੇਜ ਦੇ ਨਾਲ ਮੈਂ ਸ਼ਸ਼ਮ ਨਾਗਰਾ, ਜਲੰਧਰ।